ਹੁਣ ਆਪ ਜੀ ਦੇ ਸਾਹਮਣੇ ਪੰਥ ਦੀ ਮਹਾਨ ਹਸਤੀ, ਸਿੱਖ ਕੌਮ ਦੀ ਦਿਲਾਂ ਦੀ ਧੜਕਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਸਾਹਿਬ ਗੁਰੂ ਮਹਾਰਾਜ ਦੇ ਬਚਨਾਂ ਦੀ ਕਥਾ ਸੁਣਾ ਕੇ ਨਿਹਾਲ ਕਰਨਗੇ। ਆਪ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਜਿੱਥੇ ਜਿੱਥੇ ਵੀ ਸੰਗਤਾਂ ਬੈਠੀਆਂ ਨੇ ਜੁੜਨ ਦੀ ਕਿਰਪਾਲਤਾ ਕਰਨੀ, ਚੌਂਕੜੇ ਮਾਰ ਕੇ ਕਥਾ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ। मेरा जो भी हम संतन की रेण प्यारे, हम संतन की सरना, संत हमारी ओट सतानी, संत हमारा गहना। हम संतन स्यों बन आई, पूर्व लिखिया पाई, एहो मन तेरा पाई। संतन स्यों मेरी लेवा देवी, संतन स्यों व्यवहारा, संतन स्यों हमला खाटिया, हर भगत भरे भंडारा। संतन मोका पूंजी सौंपी, तो उतरिया मन का धोखा। धर्म राय अब कहाँ करगो, जो फाट्यो सगलो लेखा। महा आनंद भय सुख पाया, संतन का प्रसादे। कौ नानक हर स्यों मन मानिया, रंग रते बिस्मादे। माया मोह भरम भौ काटा, संत शरण जो आवा। जिहा मनोरथ कार्य आराधे, सो संतन ते पावा। संत सहाई जिए के, भव जल तारनहार। सब ते ऊंचे जानिया, नानक नाम प्यारा। सतनाम श्री वाहिगुरु जी। सूरत महला पंजवा। गुरपूरा कीती पूरी, प्रभ रव रहया भरपूरी। गुरपूरा कीती पूरी, प्रभ रव रहया भरपूरी। खेम कुशल भया इसनाना, पार ब्रह्म विटो कुर्बाना। गुर के चरण कवल रिद धारे, विघ्न न लागा तिल का कोई। कारज सगल सवारे, रहाओ मिल साधु दुर्मत खोए। पतत पुनीत सब होए, रामदास सरोवर नाते। सब लाथे पाप कमाते।
ਗੁਣ ਗੋਬਿੰਦ ਨਿਤ ਗਾਈਆ ਸਾਧ ਸੰਗ ਮਿਲ ਧਿਆਈਆ ਮਨ ਬਾਂਛਿਤ ਫਲ ਪਾਏ ਗੁਰਪੂਰਾ ਹਿਰਦੈ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਹਜ਼ੂਰ ਦੇ ਪਵਿੱਤਰ ਗੋਦ ਵਿੱਚ ਸੱਜ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਮਹਾਨ ਕਿਰਪਾ ਦਾ ਸਦਕਾ ਜੋ ਪਰਸੋਂ ਤੋਂ ਅਖੰਡ ਪਾਠ ਪ੍ਰਾਰੰਭ ਹੋਇਆ ਸੀ, ਉਹਦੀ ਸੰਪੂਰਨਤਾ ਉਪਰੰਤ ਭਾਈ ਬਲਵੀਰ ਸਿੰਘ ਜੀ ਰਾਗੀ ਜੋ ਦਿੱਲੀ ਵਾਲੇ ਕਰਕੇ ਮਸ਼ਹੂਰ ਹਨ, ਉਹਨਾਂ ਤੋਂ ਅੰਮ੍ਰਿਤਮਈ ਧੁਰ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅਰਦਾਸ ਉਪਰੰਤ ਸਤਿਕਾਰਯੋਗ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦੇ ਪਾਸੋਂ ਉਸ ਤੋਂ ਉਪਰੰਤ ਫਿਰ ਭਾਈ ਬਲਵੀਰ ਸਿੰਘ ਜੀ ਦੇ ਪਾਸੋਂ ਅੰਮ੍ਰਿਤਮਈ ਧੁਰ ਕੀ ਬਾਣੀ ਦਾ ਕੀਰਤਨ ਸੁਣ ਕੇ ਆਨੰਦ ਮਾਣਿਆ ਹੈ। ਕੀਰਤਨ ਨਿਰਮੋਲ ਹੀਰਾ ਆਨੰਦ ਗੁਣੀ ਗਹੀਰਾ, ਅਨੰਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ। ਐਸਾ ਪਵਿੱਤਰ ਅੰਮ੍ਰਿਤਮਈ ਕੀਰਤਨ ਕੀ ਰਤਨ, ਕੀ ਹੈ ਰਤਨਾਦਿਕ ਕੀਰਤਨ ਦੇ ਬਰਾਬਰ ਕੋਈ ਵੀ ਚੀਜ਼ ਨਹੀਂ। ਸੋ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਆਪਣੇ 8 ਸਾਲਾਂ ਦੀ ਸੇਵਾ ਵਿੱਚ ਡਿਊਟੀ ਨਿਭਾਉਂਦਿਆਂ ਹੋਇਆਂ ਬੜੇ ਭਾਰੀ ਮਹਾਨ ਪਰਉਪਕਾਰ ਕੀਤੇ ਹਨ। ਬਾਲਕ ਅਵਸਥਾ ਵਿੱਚ ਪੂਰੇ ਕੋਨੇ ਨਗਰ ਵਿੱਚ ਗੁਰੂ ਪਿਆਰੇ ਕੱਟੜ ਗੁਰਸਿੱਖ ਸਿੱਖੀ ਤੇ ਚੱਲਣ ਵਾਲੇ ਬਾਬਾ ਝੰਡਾ ਸਿੰਘ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਬਜ਼ੁਰਗ ਮਾਤਾ ਲਵ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਜਨਮ ਲਿਆ, ਜੋ ਸਤਿਕਾਰਯੋਗ ਮਾਤਾ ਜੀ ਇਸ ਵੇਲੇ ਉਸ ਸਟੇਜ ਦੇ ਉੱਪਰ ਹਨ। ਸੋ ਗ੍ਰਹਿ ਨੂੰ ਪਵਿੱਤਰ ਕੀਤਾ। ਬਾਲਕ ਅਵਸਥਾ ਤੋਂ ਲੈ ਕੇ ਆਪ ਜੀ ਦਾ ਭਜਨ ਵਾਲੇ ਪਾਸੇ ਧਿਆਨ ਹੋਇਆ। ਛੋਟੀ ਜਿਹੀ ਉਮਰ ਵਿੱਚ, ਜਿਸ ਨੂੰ ਆਪਾਂ ਬਚਪਨ ਦੀ ਉਮਰ ਗਿਣਦੇ ਹਾਂ, 8 ਸਾਲ ਦੀ ਉਮਰ ਤੱਕ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ 5 ਬਾਣੀਆਂ ਔਰ 5 ਗ੍ਰੰਥੀ ਇਹ ਸਾਰੇ ਜ਼ਬਾਨੀ ਕੰਠ ਸਨ। ਜਿਸ ਵੇਲੇ ਆਪ ਜੀ ਡੰਗਰਾਂ ਨੂੰ, ਮੱਝਾਂ, ਗਊਆਂ ਆਦਿ ਨੂੰ ਲੈ ਕੇ ਬਾਹਰ ਜਾਇਆ ਕਰਦੇ ਪੜ੍ਹਨ ਤੋਂ ਪਿੱਛੋਂ, ਉਸ ਵੇਲੇ ਛੋਟੇ ਛੋਟੇ ਬੂਟੇ, ਦਰਖਤ ਆਦਿਕਾਂ ਨੂੰ ਸੰਬੋਧਨ ਕਰਨਾ, ਸੰਗਤ ਰੂਪ ਸਮਝ ਕੇ ਪ੍ਰਚਾਰ ਕਰਨ ਦਾ ਤਰੀਕਾ ਸੀ ਬਾਲਕ ਅਵਸਥਾ ਵਿੱਚ ਉਹਨਾਂ ਮਹਾਂਪੁਰਖਾਂ ਦਾ। ਸਾਹਿਬਜ਼ਾਦਿਆਂ ਦਾ ਜੀਵਨ, ਸ਼ਹੀਦਾਂ ਦੀ ਯਾਦ, ਮਹਾਂਪੁਰਖਾਂ ਦੀਆਂ ਕਹਾਣੀਆਂ ਯਾਦ ਕਰਕੇ ਸੋ ਆਪਣਾ ਕੰਠ ਕਰਨੀਆਂ, ਬਾਹਰ ਜਾ ਕੇ ਉਹਨਾਂ ਨੂੰ ਹਿਰਦੇ ਵਿੱਚ ਵਸਾਉਣਾ ਤੇ ਉਸ ਉੱਪਰ ਚੱਲਣ ਵਾਸਤੇ ਜੀਵਨ ਨੂੰ ਢਾਲਣਾ। ਇਹ ਬਾਲਕ ਅਵਸਥਾ ਦਾ ਜੀਵਨ ਸੀ। ਜਿਸ ਵੇਲੇ ਆਪ ਜੀ ਪੜ੍ਹਦੇ ਪੜ੍ਹਦੇ ਇੱਥੇ ਖਾਲਸਾ ਕਾਲਜ ਵਿੱਚ ਆਏ ਹਨ, 13ਵੀਂ ਜਮਾਤ ਮਹਾਂਪੁਰਖਾਂ ਨੇ ਦੁਨਿਆਵੀ ਵੀ ਪਾਸ ਕੀਤੀ ਹੋਈ ਸੀ। ਖਾਲਸਾ ਕਾਲਜ ਦੀ ਪੜ੍ਹਾਈ ਦੇ ਟਾਈਮ ਵਿੱਚ ਨਿਯਮ ਰੱਖਿਆ ਹੈ, ਜਿੰਨਾ ਚਿਰ ਇੱਥੇ ਰਹੇ ਹਨ ਅੰਮ੍ਰਿਤਸਰ ਸਾਹਿਬ ਵਿੱਚ, ਕਿ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਮਸਕਾਰ ਕੀਤੇ ਤੋਂ ਬਗੈਰ
ਮੱਥਾ ਟੇਕੇ ਤੋਂ ਬਿਨਾਂ ਕਦੇ ਕਾਲਜ ਵਿੱਚ ਸਕੂਲ ਵਿੱਚ ਨਹੀਂ ਸੀ ਜਾਇਆ ਕਰਦੇ। ਨਿਯਮ ਕੀ ਸੀ ਇਸ ਦੇ ਨਾਲ ਮੱਥਾ ਟੇਕਣ ਤੋਂ ਬਿਨਾਂ? 5 ਗ੍ਰੰਥੀ ਔਰ 25 ਪਾਠ ਜਪਜੀ ਸਾਹਿਬ ਦੇ ਕਾਲਜ ਵਿੱਚ ਜਾਣ ਤੋਂ ਪਹਿਲਾਂ ਕਰਿਆ ਕਰਦੇ ਸਨ। ਦਾਸ ਨੇ ਉਹਨਾਂ ਦੇ ਨਾਲ ਰਹਿ ਕੇ ਬਹੁਤ ਬਚਪਨ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਵੀ ਜੋ ਸਮਾਂ ਲੰਘਾਇਆ, ਬੜੀਆਂ ਉਸ ਵਿੱਚ ਯਾਦਾਂ ਆਉਂਦੀਆਂ ਹਨ, ਬਹੁਤ ਨਜ਼ਾਰੇ ਤੱਕੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ 17 ਮਿੰਟਾਂ ਵਿੱਚ ਕੰਠੋਂ ਬੋਲ ਕੇ ਸੁਣਾ ਦਿਆ ਕਰਦੇ ਸੀ, ਸਮਝਾ ਕੇ। ਦੇਖ ਲਓ ਕਿੰਨਾ ਚਲੰਤ ਹੋਵੇਗਾ। ਕਾਲਜ ਵਿੱਚੋਂ ਆਉਂਦਿਆਂ ਜਪਜੀ ਸਾਹਿਬ ਆਰੰਭ ਕਰਨਾ ਹੈ, ਹੌਲੀ ਹੌਲੀ ਆਉਣਾ। ਦਰਬਾਰ ਸਾਹਿਬ ਤੱਕ ਆਉਂਦਿਆਂ 25 ਪਾਠ ਪੂਰੇ ਕਰਦਿਆਂ ਕਰਦੇ। ਕਈ ਕਹਿੰਦੇ ਜੀ ਇਹ ਨਾਮੁਮਕਿਨ ਹੈ, ਪਰ ਨਹੀਂ। ਖਾਲਸਾ ਜੀ ਜਿਹੜਾ ਕੋਈ ਇਸ ਰਸਤੇ ਲੰਘਿਆ ਹੋਵੇ ਉਹਨੂੰ ਪਤਾ ਹੈ ਜਪਜੀ ਸਾਹਿਬ ਦਾ ਪਾਠ ਕਰੀਏ ਤੇ 10 ਮਿੰਟਾਂ ਵਿੱਚ ਹੁੰਦਾ ਹੈ, ਪਰ ਜੇ ਗੁਰੂ ਦੀ ਕਿਰਪਾ ਹੋ ਜਾਵੇ ਤੇ 2.5 ਮਿੰਟਾਂ ਵਿੱਚ ਵੀ ਕਈ ਪ੍ਰੇਮੀ ਸੁਣਾ ਕੇ ਬੋਲ ਕੇ ਸੁਣਾ ਦਿੰਦੇ ਹਨ। ਜੇ ਹੋਰ ਕਿਰਪਾ ਹੋ ਜਾਵੇ ਤੇ ਬਹੁਤਾ ਹੋਰ ਵੀ ਰਸ ਇਦੋਂ ਤੇਜ਼ ਆ ਜਾਂਦਾ ਹੈ। ਪਰ ਮਹਾਂਪੁਰਖਾਂ ਨੇ ਇਹਨਾਂ ਨਿਯਮ ਪੜ੍ਹਦਿਆਂ ਹੋਇਆਂ ਰੱਖਿਆ ਤੇ ਇੱਧਰੋਂ ਵਾਪਸ ਜਾਂਦਿਆਂ 1 ਘੰਟਾ ਹਾਜ਼ਰੀ ਭਰਨੀ ਦਰਬਾਰ ਸਾਹਿਬ ਦੀ ਹਰ ਰੋਜ਼। ਵਾਪਸ ਜਾਂਦਿਆਂ 5 ਗ੍ਰੰਥੀ ਆਰੰਭ ਕਰਨੀ, ਜਿਸ ਵਿੱਚ ਜਪਜੀ ਸਾਹਿਬ, ਸ਼ਬਦ ਹਜ਼ਾਰੇ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ, ਦੱਖਣੀ ਓਂਕਾਰ, ਸਿੱਧ ਗੋਸ਼ਟ, ਆਨੰਦ ਸਾਹਿਬ, ਬਾਮਨ ਅੱਖਰੀ, ਸੁਖਮਨੀ ਸਾਹਿਬ ਤੇ ਸ੍ਰੀ ਆਸਾ ਜੀ ਦੀ ਵਾਰ। ਇਹ ਬਾਣੀਆਂ ਹਨ 5 ਗ੍ਰੰਥੀ ਵਿੱਚ। ਇੱਥੋਂ ਦਰਬਾਰ ਸਾਹਿਬ ਤੋਂ ਚੱਲ ਕੇ ਕਾਲਜ ਤੱਕ ਜਾਂਦਿਆਂ ਹੋਇਆਂ ਇਹ ਨਿਤਨੇਮ ਜ਼ਰੂਰ ਪੂਰਾ ਕਰਨਾ ਹੈ। ਫਿਰ ਜਾ ਕੇ ਖਾਲਸਾ ਜੀ ਸਕੂਲ ਵਿੱਚ ਸ਼ਾਮਲ ਹੋਇਆ ਕਰਦੇ। ਸਤਿਗੁਰੂ ਦੀ ਕਿਰਪਾ ਦਾ ਸਦਕਾ ਦੁਨਿਆਵੀ ਵਿੱਦਿਆ ਪੜ੍ਹੀ। ਉਸ ਤੋਂ ਉਪਰੰਤ ਮੂਲ ਮੰਤਰ ਦੇ ਸਿਮਰਨ ਵਿੱਚ ਵੀ ਜੋ ਬਾਕੀ ਸਮਾਂ ਆਉਣਾ ਉਹ ਲਾਉਣਾ। ਗੁਰੂ ਦੀ ਕਿਰਪਾ ਹੋਈ। 55 ਤੋਂ ਪਹਿਲਾਂ ਦੇ ਸਮੇਂ ਤੱਕ ਇਹ ਜਮਾਤਾਂ ਪਾਸ ਕੀਤੀਆਂ। ਬਾਬਾ ਝੰਡਾ ਸਾਹਿਬ ਜੀ, ਝੰਡਾ ਸਿੰਘ ਜੀ, ਜੋ ਮਹਾਂਪੁਰਖਾਂ ਦੇ ਪਿਤਾ ਜੀ ਸਨ, ਉਹਨਾਂ ਦੀ ਰੁਚੀ ਸੀ ਕਿ ਸਾਡਾ ਪੁੱਤਰ ਕੋਈ ਨੌਕਰੀ ਕਰੇ। ਸੱਚਖੰਡ ਵਾਸੀ ਮਹਾਂਪੁਰਖਾਂ ਨਾਲ ਮਿਲਾਪ ਹੋ ਗਿਆ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨਾਲ। ਉਹਨਾਂ ਨੇ ਬਾਬਾ ਜੀ ਦਾ ਸੰਕਲਪ ਜਾਣ ਕੇ ਮਹਾਂਪੁਰਖਾਂ ਨੂੰ ਆਗਿਆ ਦੇ ਦਿੱਤੀ ਕਿ ਜਾਓ ਜਾ ਕੇ ਨੌਕਰੀ ਕਰੋ। ਪਟਵਾਰੀ ਲੱਗ ਗਏ ਆਪ ਜੀ, ਮੁਕਤਸਰ ਸਾਹਿਬ ਚਲੇ ਗਏ, ਪਰ ਮਨ ਨੌਕਰੀ ਵਾਲੇ ਪਾਸੇ ਖੁੱਬਦਾ ਨਹੀਂ। ਕੱਚੀ ਨੌਕਰੀ ਦਾ ਤਿਆਗ ਕਰਕੇ ਪੱਕੇ ਨੌਕਰੀ ਪਰਮੇਸ਼ਰ ਦੀ ਕਰਨੀ ਚਾਹੁੰਦੇ ਸਨ। ਸਤਿਗੁਰੂ ਦੇ ਨਾਲ ਬੜਾ ਭਾਰੀ ਪਿਆਰ ਹੈ। ਮਹਾਂਪੁਰਖਾਂ ਦਾ ਬਚਨ ਮੰਨ ਕੇ 4-5 ਮਹੀਨੇ ਨੌਕਰੀ ਕੀਤੀ, ਪਰ ਹਰ ਵੇਲੇ ਪ੍ਰਕਰਮਾਂ ਵਿੱਚ ਇਕੱਲੇ ਵਿਚਰਦੇ ਰਹਿੰਦੇ। ਨੌਕਰੀ ਦੇ ਟਾਈਮ ਤੋਂ ਪਿੱਛੋਂ ਤੇ ਮਨ ਉਪਰਾਮ ਰਹਿੰਦਾ। ਉਸ ਵੇਲੇ 60 ਰੁਪਏ ਨੌਕਰੀ ਸੀ। 60 ਰੁਪਈਆਂ ਵਿੱਚੋਂ ਦਸਵੰਧ ਕੱਢ ਕੇ ਜਿਹੜੀ ਮਾਇਆ ਇਕੱਤਰ ਹੋਈ, ਉਸ ਮਾਇਆ ਦੀ ਇਕੱਤਰਤਾ ਨਾਲ ਮਹਾਂਪੁਰਖਾਂ ਦਾ ਪ੍ਰੋਗਰਾਮ ਬਣਾਇਆ। ਭਾਈ ਟੇਕ ਸਿੰਘ ਜੀ ਜੋ ਹਨ ਕਬਰ ਵਾਲੇ ਪਿੰਡ ਵਾਲੇ, ਉਹ ਅੱਜ ਇੱਥੇ ਆਏ ਵੀ ਹੋਏ ਹਨ। ਹੋਰ ਉਸ ਇਲਾਕੇ ਦੇ ਨਾਲ ਦੇ ਮੁਖੀ ਸੱਜਣ ਸਾਰਿਆਂ ਨਾਲ ਮਿਲਾਪ ਕਰਕੇ ਭਾਈ ਸੰਤਾ ਸਿੰਘ ਜੀ ਹੋਣਾ ਨੂੰ, ਲੱਧੂ ਵਾਲਿਆਂ ਨੂੰ ਨਾਲ ਲੈ ਕੇ ਪ੍ਰੋਗਰਾਮ ਉਲੀਕਿਆ। ਪਰ ਪਰਮੇਸ਼ਰ ਨੇ ਹੋਰ ਕਸਵੱਟੀ ਕੱਸ ਦਿੱਤੀ। ਮਹਾਂਪੁਰਖਾਂ ਨੇ ਕਸਵੱਟੀ ਤੇ ਚਾੜ ਲਿਆ। ਜਿਹੜੇ ਸ਼ਾਹੂਕਾਰ ਦੇ ਕੋਲ ਲੈ ਕੇ ਸੌਦਾ ਰੱਖਿਆ ਉਹਨੇ ਸੰਭਾਲੀ ਰੱਖਿਆ। ਜਿਹੜੇ ਉਸ ਟਾਈਮ ਦੇ ਵਿੱਚ ਮੌਕੇ ਦੇ ਪ੍ਰਬੰਧਕ ਸੀ ਕਮੇਟੀ ਦੇ ਮੁਲਾਜ਼ਮ, ਉਹਨਾਂ ਨੇ ਮਹਾਂਪੁਰਖਾਂ ਦਾ ਪ੍ਰੋਗਰਾਮ ਬਣਿਆ ਜਾਣ ਕੇ ਕਿ ਜੇ ਇੱਥੇ ਆ ਗਈ ਮੁੰਡਾ ਜਿਹਾ ਹੈਗਾ, ਕਦੇ ਇਹਦੀ ਚੜ੍ਹਤ ਨਾ ਹੋ ਜਾਵੇ, ਇਸ ਈਰਖਾ ਵਿੱਚ ਆ ਕੇ ਕਮਰੇ ਦੇਣ ਤੋਂ ਇਨਕਾਰ ਕਰ ਦਿੱਤਾ। ਰਾਏ ਕੀਤੀ ਇਲਾਕੇ ਵਾਲੇ ਨੇ ਮਹਾਂਪੁਰਖਾਂ ਦੀ ਕਥਾ ਕਰਨੀ ਹੈ। ਕਾਰਨ ਕੀ ਹੈ? ਕੌਣ ਬੰਦਾ ਐਸਾ ਇਹਨਾਂ ਵਿੱਚ ਜਿਹੜਾ ਕਥਾ ਤੋਂ ਵੀ ਮੁਨਕਰ ਹੋ ਰਿਹਾ ਹੈ? ਇਲਾਕੇ ਦੇ ਨੇ ਇਕੱਠਿਆ ਹੋ ਕੇ ਰਾਏ ਕਰਕੇ ਖਾਲਸਾ ਜੀ ਜਿਹੜੇ ਕਮਰੇ ਸਨ ਉਹਦੇ ਜਿੰਦਰੇ ਤੋੜ ਦਿੱਤੇ, ਇਸ ਖਿਆਲ ਨਾਲ ਕਿ ਆਪਾਂ ਚੋਰੀ ਯਾਰੀ ਤਾਂ ਕਰਨੀ ਨਹੀਂ, ਇੱਥੇ ਕਥਾ ਕੀਰਤਨ ਕਰਵਾਉਣਾ, ਜੇ ਕੋਈ ਲਾਵਾਂ ਦੇ ਉੱਤੇ ਜੜ ਲਵਾਂਗੇ। ਉਹ ਇਸ ਤਰ੍ਹਾਂ ਦਾ ਸਮਾਂ ਆਇਆ। ਮਹਾਂਪੁਰਖਾਂ ਨੂੰ ਪਤਾ ਲੱਗਾ। ਮਹਾਂਪੁਰਖਾਂ ਨੇ ਪਾਸ ਬੁਲਾ ਕੇ ਕਿਹਾ, ਭਾਈ ਕਰਤਾਰ ਸਿੰਘ ਜੀ, ਜੇ ਤੂੰ ਸੇਵਾ ਹੀ ਕਰਨੀ ਸੀ, ਕਾਹਨੂੰ ਇਹਨਾਂ ਦਾ ਦਿਲ ਦਿਖਾਉਣਾ ਸੀ? ਪਾਸੇ ਤੰਬੂ ਲਾ ਲੈਂਦਾ, ਆਪੇ ਸੰਗਤ ਉੱਥੇ ਆ ਜਾਂਦੀ। ਪਰ ਉਹ ਜਦੋਂ ਮਹਾਂਪੁਰਖਾਂ ਦੀ ਇੱਕ ਦਿਨ ਦੀ ਕਥਾ ਸੁਣੀ, ਪ੍ਰਬੰਧਕਾਂ ਦੇ ਮਨ ਤੇ ਵੀ ਪ੍ਰਭਾਵ ਪਿਆ। ਮਹਾਂਪੁਰਖਾਂ ਵੱਡਿਆਂ ਕੋਲ ਆ ਕੇ ਉਹਨਾਂ ਨੇ ਖਿਮਾ ਮੰਗੀ। ਮਹਾਂਪੁਰਖ ਬਹੁਤ ਦਿਆਲੂ ਸਨ, ਕਹਿਣ ਲੱਗੇ, ਗੁਰਮੁਖੋ ਤੁਹਾਡਾ ਕਸੂਰ ਨਹੀਂ। ਉਹ ਬਚਨ ਸੁਣ ਕੇ ਕੰਠ ਰੁਕਦਾ। ਐਸੀ ਨਿਮਰਤਾ ਵਿੱਚ ਆ ਕੇ ਕਿਹਾ ਕਿ ਗੁਰਮੁਖੋ ਤੁਹਾਡਾ ਕੋਈ ਗੁਨਾਹ ਨਹੀਂ, ਇਹ ਸਾਡੇ ਜੀਵਨ ਵਿੱਚ ਹੀ ਖਰਾਬੀ ਹੈ।
ਜੇ ਸਾਡਾ ਜੀਵਨ ਸਹੀ ਹੁੰਦਾ ਤੁਸੀਂ ਸਾਨੂੰ ਜਵਾਬ ਕਾਹਨੂੰ ਦਿੰਦੇ। ਜਿਨ੍ਹਾਂ ਗੁਰਮੁਖਾਂ ਨੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਹੈ, ਉਹਨਾਂ ਨੂੰ ਪਤਾ ਸੀ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਜੀਵਨ ਕੀ ਸੀ। ਹੁਣ ਦਾ ਮਾਣ ਜੋ ਹੋਏ ਨਿਮਾਉਣਾ, ਹੁਣ ਦਾ ਤਾਣ ਜੋ ਹੋਏ ਨਤਾਣਾ ਵਾਲਾ ਜੀਵਨ ਸੀ। ਸੋ ਸਾਰਿਆਂ ਦਾ ਮਨ ਖਿੱਚਿਆ ਗਿਆ, ਸਮਾਂ ਲੰਘਿਆ। ਉਸ ਤੋਂ ਪਿੱਛੋਂ ਖਾਲਸਾ ਜੀ ਪ੍ਰੋਗਰਾਮ ਅੱਗੇ ਚੱਲਦੇ ਗਏ। ਮਹਾਂਪੁਰਖਾਂ ਦਾ ਮਨ ਨੌਕਰੀ ਤੋਂ ਉਪਰਾਮ ਹੋਇਆ। ਸੋ ਸੰਤਾਂ ਨੇ ਵਾਪਸ ਬੁਲਾਏ, ਪਾਸ ਆ ਗਏ। ਪਾਸ ਆਉਣ ਤੋਂ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਰਾਗੀ, ਜਿਹੜੇ ਇਸ ਵੇਲੇ ਸੋ ਗਿਆਨੀ ਮੋਹਨ ਸਿੰਘ ਜੀ ਹੋਣਾ ਦੇ ਨਾਲ ਰਹਿ ਕੇ ਕੀਰਤਨ ਕਰਦੇ ਹੈ, ਉਹਨਾਂ ਦੇ ਇੱਕ ਵੇਰਾ ਵੱਡਾ ਮਹਾਂਪੁਰਖਾਂ ਨੂੰ ਪੁੱਛਿਆ ਜੇ ਤੁਹਾਡੇ ਪਿੱਛੋਂ ਜੀ ਨੇ ਸੇਵਾ ਸੰਭਾਲਣੀ ਹੈ ਉਹ ਕੌਣ ਹੈ। ਮਹਾਂਪੁਰਖ ਕਹਿਣਗੇ ਭਾਈ ਅਜੇ ਪੜ੍ਹਦਾ ਹੈ। ਇੰਨੀ ਗੱਲ ਕੀਤੀ, ਪਿੱਛੋਂ ਚੁੱਪ ਰਹੇ। ਸਮਾਂ ਆਇਆ, ਸੰਤਾਂ ਮਹਾਂਪੁਰਖਾਂ ਨੂੰ ਪਾਸ ਬੁਲਾ ਲਿਆ। ਪੁੱਛਿਆ ਜੀ ਹੁਣ ਕੌਣ ਹੈ ਸੇਵਾ ਵਾਲਾ। ਕਹਿੰਦੇ ਭਾਈ ਆ ਗਿਆ। ਨਾਂ ਨਹੀਂ ਦੱਸਿਆ। 13 ਸਾਲ ਖਾਲਸਾ ਜੀ ਸੱਚਖੰਡ ਵਾਸੀ ਮਹਾਂਪੁਰਖਾਂ ਦੀ ਸੇਵਾ ਕੀਤੀ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਉਹਨਾਂ 13 ਸਾਲਾਂ ਵਿੱਚ ਜੋ ਕਸਵੱਟੀ ਤੇ ਚੜ੍ਹ ਕੇ ਪਰਖ ਵਿੱਚ ਉਤਰੇ ਹੈ, ਉਹ ਜੋ ਤਾਂ ਜਾਂ ਤਾਂ ਗੁਰੂ ਉਤਾਰ ਸਕਦਾ ਤੇ ਜਾਂ ਮਹਾਂਪੁਰਖ ਹੀ ਉਤਾਰ ਸਕਦਾ ਹੈ। ਆਪਣੇ ਆਪ ਕਸਵੱਟੀ ਤੇ ਉਤਰਨਾ ਬੜਾ ਮੁਸ਼ਕਿਲ ਹੈ। 2-3 ਸੀਨ ਤਾਂ ਦਾਸ ਨੇ ਅੱਖੀਂ ਵੀ ਡਿੱਠੇ ਹੈ, ਬਾਕੀ ਉਹਨਾਂ ਮਹਾਂਪੁਰਖਾਂ ਨੂੰ ਆਪ ਨੂੰ ਪਤਾ ਹੈ। ਇੱਕ ਤਾਂ ਜਿਸ ਵੇਲੇ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਫਤਿਹ ਸਿੰਘ ਜੀ ਤੇ ਸੰਤ ਬਾਬਾ ਚੰਨਨ ਸਿੰਘ ਜੀ ਪ੍ਰਧਾਨ ਸਨ ਕਮੇਟੀ ਦੇ ਤੇ ਅਕਾਲੀ ਦਲ ਦੇ, ਉਹਨਾਂ ਟਾਈਮਾਂ ਵਿੱਚ ਸੀਨ ਵਾਪਰਿਆ ਜਿਸ ਵੇਲੇ ਮੰਗਲਾਂ ਦੀ ਸੁਧਾਈ ਹੋਈ ਸੀ। ਮਾਸਟਰ ਤਾਰਾ ਸਿੰਘ ਜੀ ਨੇ ਘੰਟਾ ਘਰ ਵਾਲੇ ਪਾਸੇ ਇੱਕ ਦਿਨ ਕਨਵੈਨਸ਼ਨ ਕੀਤੀ, ਕਾਨਫਰੰਸ ਕੀਤੀ, ਇਕੱਠ ਹੋਇਆ। ਉਸ ਵੇਲੇ ਕੁਝ ਕੁ ਮੌਕੇ ਮੁਤਾਬਕ ਉਹਨਾਂ ਨੇ ਜੋ ਉਹਨਾਂ ਦਾ ਖਿਆਲ ਸੀ ਪ੍ਰਗਟ ਕੀਤਾ। ਇੱਕ ਧੋਤੀ ਬੰਨ ਬਾਬੇ ਨੇ ਉੱਠ ਕੇ ਉਸ ਵੇਲੇ ਮਾਸਟਰ ਜੀ ਨੂੰ ਉੱਤਰ ਦਿੱਤਾ ਕਿ ਮਾਸਟਰ ਜੀ ਤੁਸੀਂ ਸਤਿਕਾਰਯੋਗ ਹੋ, ਦਲ ਦੇ ਪ੍ਰਧਾਨ ਹੋ, ਪਰ ਜਿਹੜੀ ਮੰਗਲਾਂ ਦੀ ਤਬਦੀਲੀ ਵਾਸਤੇ ਤੁਸੀਂ ਕਿਹਾ ਇਹ ਮੈਨੂੰ ਤਾਂ ਠੀਕ ਨਹੀਂ। ਉਸ ਵੇਲੇ ਸ਼ਬਦ ਵਰਤੇ ਗਏ ਸੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉੱਪਰ ਆ ਗਿਆ ਤਾਂ ਕੀ ਹੈ, ਥੱਲੇ ਆ ਗਿਆ ਤਾਂ ਕੀ ਹੈ। ਉਸ ਬਾਬੇ ਨੇ ਉਸ ਵੇਲੇ ਉੱਤਰ ਦਿੱਤਾ ਸੀ ਮਾਸਟਰ ਜੀ ਜੇ ਕੰਨ ਵੱਢ ਕੇ ਬਾਂਹ ਵਾਲੇ ਥਾਂ ਲਾ ਦਈਏ, ਬਾਂਹ ਵੱਢ ਕੇ ਕੰਨ ਵਾਲੇ ਥਾਂ ਲਾ ਦਈਏ ਤਾਂ ਕੀ ਹੈ। ਚੁੱਪ ਹੋਣਾ ਪਿਆ, ਸੰਘਰਸ਼ ਚੱਲਿਆ ਕਾਫੀ ਸਮਾਂ। ਮੰਗਲਾਂ ਬਾਰੇ ਚਰਚਾ ਚੱਲਦੀ ਰਹੀ। ਮਹਾਂਪੁਰਖਾਂ ਦੀਆਂ ਇਕੱਤਰਤਾਵਾਂ ਹੋਈਆਂ। ਅਖੀਰ ਪਿੰਡਰੀ ਇਕੱਤਰਤਾ ਹੋਈ, ਫੈਸਲਾ ਹੋਇਆ ਮੰਗਲਾਂ ਦੀ ਸੁਧਾਈ ਬਾਰੇ ਡਿਊਟੀਆਂ ਲੱਗੀਆਂ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਅਤੇ ਪ੍ਰੇਮੀ ਕਰਤਾਰ ਸਿੰਘ ਜੀ ਲੰਗਿਆਣੇ ਵਾਲੇ ਤੇ ਬਾਬਾ ਲਾਹੌਰਾ ਸਿੰਘ ਜੀ ਮਨਾਵੇ ਵਾਲੇ, ਹੋਰ ਇਹਨਾਂ ਦੇ ਨਾਲ ਭਾਈ ਜਸਵੰਤ ਸਿੰਘ ਜੀ ਦੋਧਰ ਵਾਲੇ, ਭਾਈ ਪਰਮਜੀਤ ਸਿੰਘ ਜੀ ਜੋ ਗੁਰਮੁਖਾਂ ਮਾਲਪੁਰੀ, ਸੋ ਬਲਦੇਵ ਸਿੰਘ ਦੇ ਪਚੰਗੀ, ਇਹਨਾਂ ਦੇ ਨਾਲ ਹੋਰਨਾਂ ਦੀਆਂ ਡਿਊਟੀਆਂ ਲੱਗੀਆਂ। ਸਮਾਂ ਚੱਲਦਾ ਗਿਆ। ਇੱਕ ਦਿਨ ਐਸੀ ਔਕੜ ਦਾ ਸਮਾਂ ਆਇਆ, ਜ਼ਿੰਮੇਵਾਰ ਸੱਜਣਾ ਨੇ ਬਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜਦੋਂ ਤੱਕ ਬਲਾਕ ਹੱਥ ਵਿੱਚ ਨਹੀਂ ਸੀ ਆਉਂਦੇ ਤਦੋਂ ਤੱਕ ਮੰਗਲ ਸਹੀ ਨਹੀਂ ਸੀ ਹੋ ਸਕਦੇ। ਉਸ ਵੇਲੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਪਾਸ ਪਹੁੰਚੇ। ਜਾ ਕੇ ਕਹੇ ਜੀ ਅੜਕਾ ਪੈ ਗਿਆ, ਹੁਣ ਕਿਵੇਂ ਕਰੀਏ। ਮਹਾਂਪੁਰਖ ਕਹਿਣ ਲੱਗੇ ਭਾਈ ਬਿਧੀ ਚੰਦ ਨੂੰ ਚੇਤੇ ਕਰਨਾ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀ। ਤੂੰ ਸਾਰਿਆਂ ਨੂੰ ਵੇਖੇਗਾ ਪਰ ਤੂੰ ਕਿਸੇ ਨੂੰ ਨਹੀਂ ਦੱਸੇਗਾ। ਨਿਸ਼ਚਾ ਗੁਰੂ ਰਾਮਦਾਸ ਸਾਹਿਬ ਤੇ ਰੱਖਣਾ। ਜਾ ਕੇ ਕੇਸੀ ਇਸ਼ਨਾਨ ਕਰਕੇ ਸਰੋਵਰ 'ਚ ਚੁੱਭਾ ਲਾ ਕੇ ਤੇ ਪ੍ਰਸ਼ਾਦ ਕਰਕੇ ਅਰਦਾਸ ਕਰਕੇ ਕੰਮ ਆਰੰਭ ਦੇ। ਗੁਰੂ ਸਾਹਿਬ ਦੀ ਸਹਾਇਤਾ ਕਰਨਗੇ। ਜੋ ਰਾਗੀ ਸਿੰਘਾਂ ਤੋਂ ਹੁਣੇ ਆਪਾਂ ਸ਼ਬਦ ਸੁਣਿਆ ਸੀ, ਜੈ ਕਾਜ ਕਿਰਤ ਸੇਵਕ ਕੀ, ਤਾਹ ਭਾਵਾ ਸੇਵਕ ਕੋ ਨਿਕਟੀ ਹੋਏ ਦਿਖਾਵਾ। ਇਹ ਕੇਵਲ ਚੁਟਕਲੇ ਨਹੀਂ, ਮਹਾਂਪੁਰਖਾਂ ਦੀ ਕੇਵਲ ਸੋਭਾ ਵਧਾਉਣ ਵਾਸਤੇ ਨਹੀਂ। ਮਹਾਂਪੁਰਖ ਕਿਸੇ ਦੀ ਸੋਭਾ ਵਧਾਉਣ ਦੇ ਮੁਤਾਜ ਨਹੀਂ ਹੋਇਆ ਕਰਦੇ, ਪਰ ਜੋ ਅੱਖੀਂ ਵੇਖਿਆ ਹੈ ਉਹ ਦਾਸ ਸਾਹਿਬ ਬੈਠ ਕੇ ਬੇਨਤੀ ਕਰਨ ਲੱਗਾ ਹਾਂ। ਖਾਲਸਾ ਜੀ ਬਲਾਕ ਜੋ ਰਾਮਸਰ ਰਸ ਲੱਗਾ ਹੋਇਆ ਹੈ, ਉਹਦੇ ਵਿੱਚੋਂ ਬਲਾਕ ਲਿਆਉਣੇ ਸ਼ੁਰੂ ਕੀਤੇ 12 ਵਜੇ ਦਿਨੇ। 3-3 4-4 ਬਲਾਕ ਲਿਆਇਆ ਕਰਦੇ ਤੇ ਕੌਲਸਰ ਸਰੋਵਰ ਵਿੱਚ ਰੱਖਿਆ ਕਰਦੇ। ਤੇ ਕੁਝ ਬਲਾਕ ਅੰਮ੍ਰਿਤਸਰ ਸ਼ਹਿਰ ਵਿੱਚ ਰਹਿਣ ਵਾਲਾ ਇੱਕ ਪ੍ਰੇਮੀ ਹੈ, ਮਹਾਂਪੁਰਖਾਂ ਦਾ ਹੁਕਮ ਸੀ ਕਿ ਉਹਦਾ ਨਾਂ ਨਹੀਂ ਕਿਸੇ ਨੂੰ ਦੱਸਣਾ। ਇਸ ਵਾਸਤੇ ਸੰਕੋਚ ਕੀਤੀ, ਹੁਕਮ ਨਾ ਹੁੰਦਾ ਤਾਂ ਸ਼ਾਇਦ ਮੂੰਹ ਨਿਕਲ ਜਾਂਦਾ ਨਾ। ਉਸ ਪ੍ਰੇਮੀ ਦੇ ਘਰੇ ਕੁਝ ਬਲਾਕ ਰੱਖੇ
1430 ਬਲਾਕ ਗੁਰਬਾਣੀ ਦੇ 1428 ਦਿਨ ਦੀਵੀ ਉੱਥੋਂ ਲਿਆਂਦੇ। ਪ੍ਰੈਸ ਵਾਲੇ ਕੰਮ ਕਰ ਰਹੇ ਸਨ, ਪਰ ਗੁਰੂ ਦੀ ਕਿਰਪਾ ਕਿਸੇ ਨੂੰ ਪਤਾ ਨਹੀਂ ਲੱਗਾ। ਇੱਕ ਦਿਨ ਲੋੜ ਪੈ ਗਈ ਤਾਂ ਉਸ ਵੇਲੇ ਸੰਤ ਬਾਬਾ ਫਤਿਹ ਸਿੰਘ ਜੀ, ਸੰਤ ਬਾਬਾ ਚੰਨਣ ਸਿੰਘ ਜੀ ਨੇ ਕਿਹਾ ਕਿ ਭਾਈ ਬਲਾਕ ਲਿਆਓ ਫਲਾਣੇ ਅੰਗ ਦਾ। ਜਦੋਂ ਬਲਾਕ ਲੈਣਗੇ, ਕੇਵਲ 2 ਬਲਾਕ। ਉਸ ਮੌਕੇ ਦਾ ਜਿਹੜਾ ਮੈਨੇਜਰ ਸੀ ਉੱਥੋਂ ਦਾ ਰੰਗ ਫਿੱਕਾ ਪੈ ਗਿਆ, ਜ਼ਰਦ ਹੋ ਗਿਆ। ਜਿਹੜਾ ਨੇਤਾ ਪ੍ਰਤੀ ਸੰਤਾਂ ਨੂੰ ਕਈ ਪ੍ਰਕਾਰ ਦੇ ਬਚਨ ਕਹਿੰਦਾ ਸੀ, ਕੜਾਹ ਖਾਣੇ ਦੱਸਦਾ ਸੀ, ਭਿੰਡਰਾਂ ਵਾਲੇ ਨੂੰ ਭਰਿੰਡਾਂ ਵਾਲੇ ਕਹਿ ਕੇ ਚਾਰਦਾ ਸੀ। ਉਸ ਦਿਨ ਕੜੱਕੀ 'ਚ ਜਾਨ ਆਈ। ਮਹਾਂਪੁਰਖਾਂ ਦਾਸ ਕੋਲ ਸੀ ਉਦੋਂ। ਮਹਾਂਪੁਰਖਾਂ ਨੂੰ ਕਹਿਣ ਲੱਗਾ, ਜੀ ਕਿਰਪਾ ਕਰੋ, ਜੇ ਤੁਹਾਨੂੰ ਪਤਾ ਤੇ ਇੱਕ ਬਲਾਕ ਐਸ ਸੰਗ ਦਾ ਸਾਨੂੰ ਦੇ ਦਿਓ, ਜੋ ਚਾਹੋਗੇ ਦੇ ਦਿਆਂਗੇ। ਮਹਾਂਪੁਰਖ ਹੱਸ ਪਏ, ਕਹਿਣ ਲੱਗੇ, ਭਾਈ ਅਸੀਂ ਕੋਈ ਮੱਝ ਘੋੜੀ ਤਾਂ ਲੈਣੀ ਨਹੀਂ, ਨਾ ਅਸੀਂ ਕੋਈ ਕੁਰਸੀ ਲੈਣੀ ਹੈ, ਟਿਕਟ ਲੜਨਾ ਹੈ, ਤੇ ਤੂੰ ਸਾਨੂੰ ਦੇਵੇਂਗਾ ਕੀ? ਜੇ ਅਸੀਂ ਮੰਗਾਂਗੇ ਤਾਂ ਇੱਕ ਦੇ ਪਾਸੋਂ ਮੰਗਾਂਗੇ ਜਿਹੜਾ ਦੇ ਕੇ ਪਛਤਾਵੇ ਨਾ। ਤੇਰਾ ਤਾਂ ਪਤਾ ਨਹੀਂ ਕੱਲ੍ਹ ਨੂੰ ਉਲਾਮਾ ਦੇ ਮੈਂ ਆਸਾਨ ਕੀਤਾ ਸੀ। ਅਖੀਰ ਕਹਿਣ ਲੱਗਾ, ਜੀ ਸਾਡੀ ਮੰਗ ਹੈ, ਕਿਰਪਾ ਕਰਕੇ ਪੂਰੀ ਕਰੋ, ਜੋ ਤੁਸੀਂ ਹੁਕਮ ਕਰੋਗੇ ਮੰਨਾਂਗੇ। ਸੰਤ ਕਹਿਣ ਲੱਗੇ, ਭਾਈ ਸਾਡਾ ਨਿੱਜੀ ਕੰਮ ਤਾਂ ਹੈ ਕੋਈ ਨਹੀਂ, ਪੁੱਤਰ ਅਸੀਂ ਆਪਣੇ ਪੁੱਤਰ ਵਾਸਤੇ ਨੌਕਰੀ ਨੂੰ ਕਿਸੇ ਨੂੰ ਕਹਿਣਾ ਨਹੀਂ, ਤੇ ਜੇ ਤੁਸੀਂ ਖੁਸ਼ ਹੋ ਜਾਂ ਤੁਸੀਂ ਸਹਾਇਤਾ ਕਰਨੀ ਚਾਹੁੰਦੇ ਹੋ ਤੇ ਜੋ ਗੁਰੂ ਕੀ ਬਾਣੀ ਛਾਪਣ ਵਿੱਚ ਵਿਘਨ ਪੈ ਰਿਹਾ ਹੈ, ਉਹਦੇ ਵਿੱਚ ਤੁਸੀਂ ਸਹਿਯੋਗੀ ਹੋ ਸਕਦੇ, ਤੁਸੀਂ ਉਹ ਕੰਮ ਕਰ ਲਓ, ਨਾਲੇ ਪਾਰ ਪਕਾਉਣ ਨਾਲੇ ਪੁੰਨ ਨਾਲੇ ਫਲੀਆਂ। ਕਹਿਣ ਲੱਗੇ, ਜੀ ਕਰਾਂਗੇ। ਮਹਾਂਪੁਰਖ ਆਏ, ਬਲਾਕ ਲਿਜਾ ਕੇ ਦੇ ਦਿੱਤਾ। ਉਸ ਬਲਾਕ ਤੋਂ ਪਿੱਛੋਂ ਜੋ ਬਲਾਕਾਂ ਦੇ ਮੰਗਲਾਂ ਦੀ ਤਬਦੀਲੀ ਕੀਤੀ ਸੀ, ਉਹ ਬਲਾਕ ਉੱਥੇ ਸੰਤਾਂ ਨੂੰ ਦਿੱਤੇ ਗਏ। ਦਾਸ ਦੀ ਅਤੇ ਇੱਕ ਸਿੰਘ ਹੋਰ ਸੀ, ਉਹਨਾਂ ਦੀ ਡਿਊਟੀ ਲਾਈ ਗਈ ਕਿ ਜਿਹੜੇ ਮੰਗਲਾਂ ਦੀ ਤਬਦੀਲੀ ਕੀਤੀ ਹੈ, ਕੇਵਲ ਉਹਨੇ ਮੰਗਲਾਂ ਦਾ ਛਿੱਕਾ ਕੱਟ ਕੇ ਤੇ ਉਹਨੂੰ ਢਾਲਿਆ ਜਾਵੇ ਤੇ ਨਵੇਂ ਅੱਖਰ ਬਣਾਏ ਜਾਣ। ਉਹ ਖਾਲਸਾ ਜੀ ਇਸੇ ਤਰ੍ਹਾਂ ਕੀਤਾ ਗਿਆ। ਇਸ ਤਰੀਕੇ ਨਾਲ ਉਹ ਸੇਵਾ ਨਿਭਾਈ। ਉਸ ਸੇਵਾ ਦੀਆਂ ਫੋਟੋ ਵੀ ਮਹਾਂਪੁਰਖਾਂ ਦੀਆਂ ਰਿਕਾਰਡ ਵਿੱਚ ਮੌਜੂਦ ਹਨ। ਤੇ ਉਸ ਟਾਈਮ ਤੇ ਕਈ ਪ੍ਰਕਾਰ ਦੀਆਂ ਸਰੀਰਕ ਤੂਮਤਾਂ ਵੀ ਲੱਗੀਆਂ, ਦੂਸ਼ਣ ਵੀ ਲੱਗੇ, ਪਰ ਬੇਪਰਵਾਹ ਸਦਾ ਰੰਗ ਹਰਕੈ ਜਾ ਕੋ ਪਾਕ ਸੁਆਮੀ, ਜੇ ਕੋ ਬਚਨ ਕਮਾਵਾ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ। ਆਪਾਂ ਪ੍ਰਧਾਨ ਸਾਹਿਬ ਦੀ ਰਚਨਾ ਤੋਂ ਗੁਰੂ ਕੀ ਬਾਣੀ ਦਾ ਸ਼ਬਦ ਇਹ ਪਹਿਲਾ ਸ਼ਰਵਣ ਕਰਕੇ ਹਟਿਆ। ਇਸ ਤਰੀਕੇ ਨਾਲ ਇਹ ਸੇਵਾ ਨਿਭਾਈ। ਉਸ ਤੋਂ ਪਿੱਛੋਂ 65 ਦਾ ਜਦੋਂ ਜੰਗ ਲੱਗਾ, ਹਜ਼ੂਰ ਸਾਹਿਬ ਦੀ ਯਾਤਰਾ ਦਾਸ ਨੇ ਪਹਿਲੀ ਵੇਰ ਮਹਾਂਪੁਰਖਾਂ ਨਾਲ ਕੀਤੀ। ਇਹਨਾਂ ਮਹਾਂਪੁਰਖਾਂ ਦੀ ਡਿਊਟੀ ਉਹ ਸੇਵਾ ਵਿੱਚ ਸੀ। ਇੱਧਰੋਂ ਸਾਬਕਾ ਜਥੇਦਾਰ ਸਾਧੂ ਸਿੰਘ ਜੀ ਭੌਰਾ ਅਤੇ ਹੈੱਡ ਗ੍ਰੰਥੀ ਸਾਬਕਾ ਗਿਆਨੀ ਚੇਤ ਸਿੰਘ ਜੀ ਤੇ ਗਿਆਨੀ ਨਰਿੰਜਨ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਦੀ ਸੇਵਾ ਸੀ ਕਮੇਟੀ ਵੱਲੋਂ, ਮਹਾਤਮਾ ਵੱਲੋਂ ਇਹਨਾਂ ਮਹਾਂਪੁਰਖਾਂ ਦੀ ਸੇਵਾ ਸੀ। ਸਮੁੰਦਰੀ ਹਾਲ ਵਿੱਚ ਇੱਕ ਦਿਨ ਐਸਾ ਆਇਆ, ਪੰਗਤੀ ਤੇ ਬਹਿਸ ਹੋ ਗਈ ਤੇ ਕੁਝ ਪ੍ਰੇਮੀਆਂ ਦਾ ਖਿਆਲ ਹੋਇਆ ਵਿਚਾਰ ਕਰਦਿਆਂ ਕਿ ਇਹ ਪੰਗਤੀ ਦੇ ਅਰਥ ਵਿਆਕਰਨ ਮੁਤਾਬਕ ਠੀਕ ਨਹੀਂ ਨਿਕਲਦੇ, ਇਹਦੇ ਵਿੱਚ ਕੁਝ ਬੀੜਾਂ ਦੀ ਸਹਾਇਤਾ ਲੈ ਕੇ ਤਬਦੀਲੀ ਕਰ ਦੇਣੀ ਚਾਹੀਦੀ ਹੈ। ਉਹ ਪੰਗਤੀ ਕਿਹੜੀ ਸੀ? ਜਿਨ ਕੇ ਬਾਂਕੇ ਘਰੀ ਨਾ ਆਇਆ, ਤਿੰਨ ਕਿਉਂ ਰਹਿਣ ਵਿਹਾਣੀ। ਇਹ ਵਿਆਕਰਨ ਮੁਤਾਬਕ ਨਹੀਂ ਇੱਥੇ ਫਿੱਟ ਕੰਮ ਬਹਿੰਦਾ। ਹੁਣ ਆਇਆ ਇੱਕ ਬਚਨ ਹੈ ਤੇ ਬਾਂਕੇ ਨਾਮ ਸੁੰਦਰ ਦਾ ਵੀ ਹੈ, ਬਾਂਕੇ ਨਾਮ ਬਹੁਵਚਨ ਦਾ ਵੀ ਹੈ। ਕਾਫੀ ਸਮਾਂ ਲੱਗਾ, ਸੰਤ ਚੁੱਪ ਕਰਕੇ ਬੈਠੇ ਰਹੇ। ਦਾਸ ਵੀ ਕੋਲ ਕਨੀਜ ਤੇ ਬੈਠਾ ਸੁਣਦਾ ਰਿਹਾ, ਪਰ ਗੱਲ ਚੇਤੇ ਹੈ। ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਭਾਈ ਗੁਰਬਾਣੀ ਨਖਸਮੀ ਨਹੀਂ ਮਾਲਕ ਵਾਲੀ ਹੈ ਤੇ ਗੁਰਬਾਣੀ ਪਤੰਤਰ ਵੀ ਨਹੀਂ ਸੁਤੰਤਰ ਹੈ। ਗੁਰਬਾਣੀ ਦੇ ਅਰਥ ਠੀਕ ਹੈ, ਵਿਆਕਰਨ ਦੀ ਤੁਹਾਡੀ ਲੱਤ ਟੁੱਟ ਗਈ ਹੋਵੇਗੀ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇकर ਠੇਂਗਾ ਟੰਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਹੁਣੇ ਸੁਣਿਆ ਰਾਗੀਆਂ ਤੋਂ, ਰਾਮਚੰਦਰ ਬਾਰੇ ਵੀ ਸੁਣਿਆ, ਮੈਂ ਇਸ ਪਾਸੇ ਨਾ ਪਾਵਾਂ। ਸੋ ਖਾਲਸਾ ਜੀ ਉਸ ਵੇਲੇ ਕਹਿਣ ਲੱਗੇ, ਉੱਤਰ ਦਿਓ ਸੰਤਾਂ ਨੂੰ। ਕਹਿਣ ਲੱਗੇ, ਸੰਤ ਕਹਿਣ ਲੱਗੇ, ਭਾਈ ਇਹ ਪਹਿਲਾਂ ਉਥਾਨਕਾ ਦੱਸੋ। ਉਥਾਨਕਾ ਦੱਸੀ ਜੀ, ਏਮਨਾਬਾਦ ਦੀ ਸਾਖੀ ਹੈ। ਫਿਰ ਕਹਿੰਦੇ ਅਰਥ ਵੀ ਠੀਕ ਹੈ। ਜਿਨ ਕੇ ਬਾਂਕੇ, ਜਿਨ੍ਹਾਂ ਇਸਤਰੀਆਂ ਦੇ ਬਾਂਕੇ ਬਹੁਵਚਨ ਤੇ ਬਾਂਕੇ ਸੁੰਦਰ ਦਾ ਨਾਮ ਹੈ। ਬਹੁਤੇ ਸੁੰਦਰ ਸਰੂਪ ਵਾਲੇ ਬਹੁਤੀਆਂ ਦੇ ਪਤੀ ਗਏ ਸੀ ਤੇ ਘਰੀ ਨਾ ਆਇਆ, ਇੱਕ ਵੀ ਨਹੀਂ ਮੁੜ ਕੇ ਆਇਆ। ਸਾਰੇ ਜੰਗ 'ਚ ਗੱਡੀ ਚੜ੍ਹ ਗਏ, ਸ਼ਹੀਦ ਹੋ ਗਏ। ਆਇਆ ਇੱਕ ਬਚਨ, ਕਿਸੇ ਨੂੰ ਪੁੱਛੀਏ ਤੁਹਾਡੇ ਕੌਣ ਆਇਆ? ਫਲਾਨਾ ਆਇਆ। ਦੋ ਹੋਣ ਤੇ ਆਇਆ ਨਹੀਂ ਕਹਿਣਗੇ, ਸਾਡੇ ਪ੍ਰਾਹੁਣੇ ਆਏ ਹੈ।
आए बहुते आया एक, गए सी बहुते ते मुड़ के एक भी नहीं आया। व्याकरण की लत इत्थे लंगी हो गई, पर गुरु की बाणी सुतंत्र है खालसा जी। उस वे झगड़ा भी होया, किरपाना भी कढ़ियां, गुस्सा भी होया, फिर म्यान च पा लिया। ते दूजे दिन साधु सिंह जी भौरा साहब के मन च सी कि छोटा जिहा मुंडा जिहा हैगा, इसकी ड्यूटी एवें संतां ने ला दित्ती है, देखिए संतपुणा है कि नहीं। दास नाल सी राम जो सतगुरु जी की सराह पहली गुरु साहब के नाम ते रामदास सराह ਉਹਦੇ ਵਿੱਚ कमरा सी। ਉੱਥੋਂ उतर के जोड़ा घर कोले आए तो साधु सिंह भौरा साहबान जी जथेदार साहब सी उदों चुप करके लंघ चले। उस वे महापुरखों ने अगे होके तख्त साहब के सत्कार नूं मुख रख के गोडी हथ ला के फतेह बुलाई। गलवकड़ी च लैके कह लगे, भाई करतार सिंह जी मेरे मन च जिहड़ी शक सी अज दूर हो गई है। मैनू ख्याल से तू केवल स्कूली विद्यार्थी है, ब्रह्म विद्या का विद्यार्थी नहीं, पर मेरे मन च यकीन हो गया कि तेरे विच कुछ संतां वाले लक्षण हैं। ये नज़ारा भी अखीं डिठा। पिछों जंग लगी, जंग के टाइम ते सारा परिवार महापुरखों का बैठा, माता जी भरा होर भी सारे सज्जन परिवार के इत्थे आए हुए हैं। सो खालसा जी 8000 ਇੱਟਾਂ ਦਾ ਚੱਠਾ ਪੱਕੀਆਂ ਦਾ ਘਰ ਵਿੱਚ ਲੱਗਾ ਸੀ। ਪਾਕਿਸਤਾਨ ਵਾਲਿਆਂ ਨੇ ਬੰਬ ਮਾਰ ਕੇ ਸਾਰੀਆਂ ਨਾਸ਼ ਕੀਤੀਆਂ। ਇੱਕ ਪਿੱਪਲ ਅਜੇ ਵੀ ਮਹਾਂਪੁਰਖਾਂ ਦੇ ਘਰੇ ਖੜਾ ਹੈ, ਜੇ ਕਿਸੇ ਨੂੰ ਸ਼ੱਕ ਹੋਵੇ ਜਾ ਕੇ ਘਰੇ ਵੇਖ ਲਿਓ। ਮਹਾਂਪੁਰਖਾਂ ਦੇ ਪਿਤਾ ਜੀ ਨੇ ਸੋ ਇੱਕ ਛੋਟਾ ਜਿਹਾ 2 ਸਤੀਰਾਂ ਦਾ, ਅੱਜ ਤੱਕ ਹਨ ਸਤੀਰੀਆਂ ਤੇ ਗਾਡਰਾਂ, ਉਹਨਾਂ ਪੁਰਾਣੇ ਸਮਿਆਂ 'ਚ ਸਤੀਰ ਹੁੰਦੇ ਸੀ, ਉੱਪਰ ਕੜੀਆਂ ਪਾਈਆਂ। ਇਹ ਵੰਡ ਵਿੱਚ ਦਿੱਤਾ ਸੀ ਘਰ। ਤੇ ਗੁਰੂ ਨੇ ਪਾਰਖ ਹੋਰ ਕਰਨੀ ਸ਼ੁਰੂ ਕਰ ਦਿੱਤੀ। ਘਰ ਵਿੱਚੋਂ ਮਾਲ ਡੰਗਰ ਮਰਨਾ ਸ਼ੁਰੂ ਹੋ ਗਿਆ, ਖੇਤੀ ਉਗਣੋਂ ਹਟ ਗਈ। ਭਾਈ ਅਮਰੀਕ ਸਿੰਘ ਆ ਬੈਠਾ ਮੇਰੇ ਕੋਲ, ਇਹ ਛੋਟੀ ਜਿਹੀ ਅਵਸਥਾ ਵਿੱਚ ਸੀ, ਤੀਜੀ ਚੌਥੀ 'ਚ ਪੜ੍ਹਦਾ ਸੀ। ਕੰਨ ਖਰਾਬ ਹੋ ਗਿਆ ਤੇ ਪਰਖ ਸ਼ੁਰੂ ਹੋ ਗਈ। ਪਰਿਵਾਰ ਵਿੱਚੋਂ ਕੁਝ ਮਾਇਆ ਮੈਕੀ ਸਹਾਇਤਾ ਮੰਗੀ। एक डॉक्टर प्रेमी सी बेली, वो कह लगा संत जी 5 रुपये तुसी दवाई वास्ते सहायता करते हो तो मैं तुहाडे पचंगी दे कन्नां दा इलाज कर देवांगा। कह लगा भाई कोल तां है नहीं, पुछ लैने आ। जदों पुछया सब मूँह मोड़ गए। जावी निरतन देखियो नरको संग शार सब भागे। ऐसी हालत पुत्र का कंन दुख रहा, डॉक्टर 5 रुपये मंग रहा, परिवार च जवाब मिल रहा है। उधर की है, महापुरख सचखंड वासी कह लगे भाई करतार सिंह सानू 8000 रुपये की लोड़ है, तो इन्ने दिनों के विच लिया के पेश कर दे, हाजिर कर दे। 5 रुपये मंगे नहीं मिलते, 8000 का हुक्म लग गया। अज दे 80,000 नालों वध सी उदों। ये नहीं कहा जी मैं कितों लिया के देवां। सत बचन जी भाई उजागर सिंह जिन्होंने काने वाले कह के याद किया जाता, संतां दे भूआ दे पुत्र सी, जिन्होंने संतां नूं लिजा के संतां दे पास हाजिर किया सी। पहले दिन पिछों समा आ गया, कुछ तब्दीलियां आ गई ईर्खा के कारण, पर पहला परोपकार उन्होंने किया सी। उन्होंने कोले गए जंगीर सिंह धीरे पत्रे वाले, उन्होंने काफ़ी संगत जाणदी आम जथे च मोटा कह के उन्होंने पुकारिया जाता है। उन्होंने कोले पहुंचे धीरे पत्रे जिथे भाई अमरीक सिंह की शादी हुई है। वो परिवार भाई गुरदीप सिंह जी होने ने गल की, खालसा जी रुपये इकट्ठे करने शुरू किए। केवल 7500 रुपया मिला, 7500 उदों कीमत सी रुपया की। तो महापुरखों ने लिया के दिते। महापुरखों ने पूछा किन्ने सिंह, कहते जी 7500 है। रुपये पकड़ के हाथ चला के मारे, कह लगे तेरे रुपये ने भुखे बच नहीं पूरा करता, खबरदार खड़ा रहो इत्थे। इन्नी कह के आप महापुरख बेप्रवाह सी। गुरुद्वारा साहबान लिखे खालसा जी कथा करन चले गए। 1 घंटा कथा की, कथा तो पिछों वापस आए। छोटे महापुरख वराह करी जाते हैं, कोल की कंड करके लंघ गए, बुलाया तक नहीं। केड़ा माई दा लाल जिहड़ा खड़ो जावे नहीं कसौटी ते, नाले पैसे साध नूं देइए, नाले गालां लईए। हर एक कहंदा की लेना साध तो, पर उन्होंने पता सी साध कोले बहुत कुछ है। महापुरख हैं, भावें बुरा कहो भावें भला कहो, हम तन दी ओह ढार। ये जीवन संचर ढालिया होया सी। वापस आसन ते गए, हाथ जोड़ के बेनती की महापुरखो,
ਕਿਰਪਾ ਕਰੋ 7500 ਰੱਖ ਲਵੋ, 500 ਕੱਲ ਨੂੰ ਲਿਆ ਦਿਆਂਗਾ। ਤੇ ਮਹਾਂਪੁਰਖਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਉਹ ਪਖੰਡ ਕਰਦਾ, ਸਾਡੇ ਮੱਥੇ ਨਾ ਲੱਗ ਜੇ, ਸਾਡਾ ਬਚਨ ਨਹੀਂ ਪੂਰਾ ਕਰਨਾ, ਇਹ ਆਪਦੇ ਕੋਲੇ ਲੈ ਜਾ 7500, ਜੇ 8000 ਪੂਰਾ ਕਰਕੇ ਲਿਆਵੇਂਗਾ ਤੇ ਸਾਡੇ ਕੋਲੇ ਆ ਜਾਣੀ, ਨਹੀਂ ਤੇ ਸਾਡੇ ਪਾਸ ਨਾ ਆਵੀਂ। ਤੋੜ ਦਿੱਤਾ, ਚਲੇ ਗਏ ਹੁਕਮ ਮੰਨ ਕੇ। ਹੀਰੇ ਪੱਤਰੇ ਪਹੁੰਚੇ, ਭਾਈ ਜੰਗੀਰ ਸਿੰਘ ਦਾ ਹਲ ਜੋੜਿਆ ਸੀ, ਘੋੜੇ ਦਾ ਤੇ ਬਲਦ ਦਾ ਪਾਕਿਸਤਾਨ ਚੋਂ ਆਏ ਹੋਏ ਸੀ। ਜਾ ਕੇ ਕਿਹਾ, ਸੱਜਣਾ ਪਰਖ ਤੇ ਕਸਵੱਟੀ ਤੇ ਚੜਾ ਲਿਆ, ਕਸਵੱਟੀ ਬਹੁਤੀ ਕੱਸ ਦਿੱਤੀ ਹੈ, ਪਰ ਹੁਣ ਆਪਾਂ ਨਿਭਣੇ ਕਿਵੇਂ ਨਿਭੀਏ। ਤੇ ਧੰਨ ਉਹ ਵੀ ਸਿੱਖ, ਕੱਤੇ ਦੇ ਦਿਨ ਹੋਣ, ਰੌਣੀ ਵਾਹੁੰਦਾ ਹੋਵੇ, ਇੱਕੋ ਹਲ ਹੋਵੇ। ਉੱਥੋਂ ਘੋੜਾ ਛੱਡਿਆ, ਫਿਰੋਜ਼ਪੁਰ ਆ ਕੇ ਖਾਲਸਾ ਜੀ ਘੋੜਾ ਵੇਚ ਦਿੱਤਾ 500 ਦਾ ਹੀ, 500 ਰੁਪਈਏ ਦਾ ਵੇਚ ਕੇ ਪੈਸੇ ਸੰਤਾਂ ਨੂੰ ਦਿੱਤੇ। ਕਹਿਣ ਲੱਗਾ ਹੁਣ ਜਥੇਦਾਰ ਨਹੀਂ, ਨਾ ਮੈਂ ਲੜਾਂਗਾ ਜਾ ਕੇ, ਤੇ ਤੁਸੀਂ ਸੰਤਾਂ ਦਾ ਬਚਨ ਪੂਰਾ ਕਰੋ। ਪੰਜਾਲੀ ਮੋਢੇ ਤੇ ਰੱਖੀ, ਬੈਲ ਪਕੜਿਆ, ਘਰੇ ਗਿਆ। ਜਥੇਦਾਰ ਨੇ ਪੁੱਛਣ ਲੱਗੀ, ਜਥੇਦਾਰ ਜੀ ਘੋੜਾ? ਕਹਿੰਦਾ ਲੇਖੇ ਲੱਗ ਗਿਆ। ਇਹਨਾਂ ਕਹਿ ਕੇ ਉੱਥੇ ਛੱਡ ਦਿੱਤਾ ਬੈਲ ਤੇ ਪੰਜਾਲੀ, ਆਪ ਬਾਹਰ ਆ ਗਿਆ। ਸੰਤ ਮਹਾਂਪੁਰਖ ਵੱਡੇ ਮਹਾਂਪੁਰਖਾਂ ਦੇ ਕੋਲ ਆਏ, ਆਉਂਦੇ ਨੂੰ ਪੁੱਛਿਆ ਨਹੀਂ ਕਿੰਨੇ ਹੈ, ਗੋਦ ਵਿੱਚ ਲੈ ਲਿਆ, ਗਲਵੱਕੜੀ ਚ ਲੈ ਕੇ, ਜਿਹਨੇ ਬਹੁਤ ਹੀ ਲਾੜਲੇ ਪੁੱਤਰ ਨੂੰ ਪਿਤਾ ਪਿਆਰ ਕਰਦਾ, ਇਸ ਤਰ੍ਹਾਂ ਛਾਤੀ ਨਾਲ ਲਾਇਆ ਤੇ ਕਰਜ਼ਾ ਕਿਹਾ ਸੀ। ਉਸ ਵੇਲੇ 5 ਸਿੰਘ ਬੁਲਾ ਲਏ, 5 ਸਿੰਘਾਂ ਨੂੰ ਬੁਲਾ ਕੇ ਕਹਿਣਗੇ, ਸਿੰਘੋ 1-1000 ਰੁਪਇਆ ਲੈ ਜਾਓ ਤੇ 5 ਤਖਤਾਂ ਤੇ ਅਖੰਡ ਪਾਠ ਕਰਵਾਓ। ਜਿਹੜਾ 3000 ਰੁਪਇਆ ਬਾਕੀ ਬਚਿਆ, ਉਹਦੇ ਜਿਨ੍ਹਾਂ ਸਿੰਘਾਂ ਕੋਲ ਪੋਥੀਆਂ ਨਹੀਂ ਸੀ, ਪੋਥੀਆਂ ਲੈ ਦਿੱਤੀਆਂ, ਬਾਕੀ ਦੇ ਨੂੰ ਜੋੜੇ ਲੈ ਦਿੱਤੇ, ਤੇ ਜਿਹੜੇ ਪੈਸੇ ਵਧੇ ਉਹਦੇ ਚੋਲੇ ਸਵਾ ਦਿੱਤੇ। ਇਕੱਠਿਆਂ ਕਰਨ ਤੇ ਕਿੰਨੀ ਕਿਸਮਤੀ ਕਸੀ ਹੈ, ਤੇ ਵੰਡਣ ਲੱਗਿਆ 3 ਮਿੰਟ ਵੀ ਨਹੀਂ ਲਾਏ, ਸਾਰੀ ਵੰਡ ਦਿੱਤੇ। ਇਹ ਸੀ ਖਾਲਸਾ ਦੀ ਪਰਖ। ਇਸ ਪਰਖ ਵਿੱਚ ਪੂਰੇ ਉਤਰੇ। ਇੱਕ ਵੇਰਾ ਇੱਥੇ ਰੱਖ ਕੇ 8 ਵਾਹਿਗੁਰੂ 7 ਰਾਤਾਂ ਤੇ 7 ਦਿਨ ਲਗਾਤਾਰ ਸੌਣ ਨਹੀਂ ਦਿੱਤਾ, ਆਪਣੇ ਕੋਲੇ ਖੜਿਆ ਰੱਖਿਆ ਤੇ ਇਹ ਕਿਹਾ ਕਿ ਬਹਿਣਾ ਨਹੀਂ ਤੇ ਅੱਖਾਂ ਨਹੀਂ ਮੀਚਣੀਆਂ। 7ਵੇਂ ਦਿਨ ਸਰੋਵਰ ਤੇ ਇਸ਼ਨਾਨ ਵੱਡੇ ਮਹਾਂਪੁਰਖ ਕਰਨ ਲੱਗੇ, ਸਮੇਤ ਗੜਵੇ ਦੇ ਸਰੋਵਰ ਚ ਰੁੜ ਗਏ। ਛੋਟੇ ਮਹਾਂਪੁਰਖ ਨੀਂਦਰੇ ਦਾ ਜ਼ੋਰ ਪਿਆ। ਉਸ ਵੇਲੇ ਨਾਲ ਦੇ ਸਿੰਘਾਂ ਨੂੰ ਕਹਿ ਨੂੰ ਕੱਢੋ, ਅੱਜ ਇਹ ਤੋਂ ਸੇਵਾ ਲੈਣੀ ਹੈ। ਸੋ ਖਾਲਸਾ ਜੀ ਸਰੋਵਰ ਚੋਂ ਕੱਢਿਆ, ਕੱਢ ਕੇ ਕਹਿਣ ਲੱਗੇ, ਜਾ ਕੇ ਸਰਾਂ ਵਿੱਚ ਸੌਂ ਜਾ। 7 ਦਿਨਾਂ ਦਾ ਨੀਂਦਰਾ ਤੇ 2.5 ਘੰਟੇ ਸੌਣ ਦਿੱਤਾ। 2.5 ਘੰਟੇ ਪਿੱਛੋਂ ਕਹਿੰਦੇ ਫੇਰ ਬਾਣੀ ਸੁਣਾ। 18 ਘੰਟੇ ਹਰ ਰੋਜ਼ ਬੋਲ ਕੇ ਸੁਣਾਇਆ ਕਰਦੇ, ਕੰਠੋਂ, ਪੋਥੀ ਤੋਂ ਵੇਖ ਕੇ ਨਹੀਂ। ਬਾਣੀ ਕੰਠ ਕਿੰਨੀ ਕੁ ਸੀ? 5 ਬਾਣੀਆਂ, 5 ਗ੍ਰੰਥੀ, ਰਹਿਰਾਸ ਤੇ ਕੀਰਤਨ ਸੋਹਿਲਾ। ਇਹ ਤਾਂ 8 ਸਾਲ ਦੀ ਉਮਰ ਵਿੱਚ ਯਾਦ ਸੀ। ਜਦੋਂ ਮਹਾਂਪੁਰਖਾਂ ਕੋਲੇ ਆਏ ਤੇ 13 ਸਾਲ ਸੇਵਾ 'ਚ ਪੂਰੇ ਕੀਤੇ ਹੈ। ਇਹਨਾਂ ਨਿਤਨੇਮ ਇਹ 25 ਪੱਤਰੇ, 50 ਅੰਗ, ਸਤਿਗੁਰੂ ਦੀ ਬਾਣੀ ਦਾ ਨਿਤ, 12 ਮਾਹ ਮਾਝ ਰਾਗ ਦਾ, ਤੁਖਾਰੀ ਰਾਗ ਦਾ, ਵਣਜਾਰਾ ਬਾਣੀ, ਪਹਿਰੇ ਬਾਣੀ। ਇਸੇ ਤਰ੍ਹਾਂ ਹੀ ਸੱਤੇ ਬਲਵੰਡੇ ਦੀ ਵਾਰ, ਜੈਸਰੀ ਰਾਗ ਦੀ ਵਾਰ, ਅਕਾਲ ਉਸਤਤ ਜੋ ਬਚਿੱਤਰ ਨਾਟਕ ਬਾਣੀ ਹੈ, ਇਹ ਸਾਰੀ ਜ਼ਬਾਨੀ ਕੰਠ ਸੀ ਤੇ ਨਿਤਨੇਮ ਹਰ ਰੋਜ਼ ਕਰਿਆ ਕਰਦੇ ਸੀ। ਹੁਣ ਅੰਦਾਜ਼ਾ ਤੁਸੀਂ ਲਾ ਲਓ ਵੀ ਕਿੰਨੇ ਘੰਟੇ ਸੌਂਦੇ ਹੋਣਗੇ। ਇਹ ਮੈਂ ਕੰਨੀ ਸੁਣਿਆ, ਕੋਈ ਮਨ ਘੱਟ ਨਹੀਂ ਕਹਿ ਰਿਹਾ। 4 ਮਹੀਨੇ ਇੱਕ ਮੰਜੇ ਤੇ ਉਹਨਾਂ ਦੇ ਨਾਲ ਪੈ ਕੇ ਵੀ ਸਮਾਂ ਗੁਜ਼ਾਰਨ ਦਾ ਟਾਈਮ ਮਿਲਿਆ ਹੈ ਤੇ ਨਿਤਨੇਮ ਉਹਨਾਂ ਦੇ ਚਰਨਾਂ 'ਚ ਰਹਿ ਕੇ ਸੁਣਨ ਦਾ ਸੁਭਾਗ ਵੀ ਦਾਸ ਨੂੰ 1965 ਵਿੱਚ ਪ੍ਰਾਪਤ ਹੋਇਆ। ਇੰਨਾ ਜੀਵਨ ਸੀ, ਇੰਨਾ ਜੀਵਨ ਸੁੰਦਰ, ਸਵੱਛ, ਨਿਰਮਲ ਤੇ ਨਿਰਵਿਕਾਰ ਨਿਭਾ ਕੇ ਖਾਲਸਾ ਦੀ ਸੇਵਾ ਮਿਲੀ। ਉਹ ਸੇਵਾ ਮਿਲਣ ਤੋਂ ਪਹਿਲਾਂ ਕੀ ਵਾਪਰਿਆ? ਦਰਬਾਰ ਸਾਹਿਬ ਸੰਤ ਮੱਥਾ ਟੇਕਣ ਆਏ, ਉੱਪਰਲੀ ਛੱਤ ਤੇ ਘੰਟਾ ਘਰ ਵਾਲੇ ਪਾਸੇ ਜਿੱਧਰ ਅਜਾਇਬ ਘਰ ਵਾਲੀ ਬਾਈ ਹੈ, ਇੱਧਰ ਖੜੋ ਕੇ ਕਹਿਣ ਲੱਗੇ, ਭਾਈ ਕਰਤਾਰ ਸਿੰਘ ਜੀ ਲਿਆ ਤੇਰੀ ਝੋਲੀ ਭਰ ਦਈਏ, ਤੂੰ ਛੋਟਾ ਹੈ। ਸਮਝ ਗਏ, ਹੱਥ ਜੋੜ ਕੇ ਕਿਹਾ, ਮਹਾਂਪੁਰਖੋ ਸਿਰ ਛੋਟਾ, ਪੰਡ ਵੱਡੀ ਆ, ਚੁੱਕਿਆ ਨਹੀਂ ਜਾਣਾ ਭਾਰ। ਕਹਿੰਦੇ ਚੰਗਾ ਨਿਤਨੇਮ ਸੁਣਾ। ਉਦੋਂ ਪਿੱਛੋਂ 500 ਸਾਲਾ ਅਵਤਾਰ ਪੁਰਬ ਜਗਤ ਗੁਰੂ ਨਾਨਕ ਦੇਵ ਦਾ ਆਇਆ। ਆਹ ਸੰਤ ਬਾਬਾ ਕਰਤਾਰ ਸਿੰਘ ਜੀ, ਜਿਨ੍ਹਾਂ ਨੂੰ ਠੱਠੇ ਵਾਲੇ ਵੀ ਕਈ ਕਹਿੰਦੇ, ਪਰ ਸੁਲਤਾਨਪੁਰ ਸਾਹਿਬ ਵਾਲੇ ਕਹਿ ਕੇ ਮਸ਼ਹੂਰ ਹਨ। ਆਹ ਮਹਾਂਪੁਰਖ ਬੈਠੇ ਹੈ। ਇਹਨਾਂ ਦਾ ਪ੍ਰੋਗਰਾਮ ਸੀ, ਇਹਨਾਂ ਦੀ ਜ਼ਿੰਮੇਵਾਰੀ ਸੀ। ਉੱਥੇ ਕਥਾ ਕੀਤੀ, ਕਾਫੀ ਸਮਾਂ ਰਹਿ ਕੇ
एक दिन खुशी आई मन विच, कह लगे भाई करतार सिंह हट साहब वाले स्थान से सन, कह लगे 13 कह के गरीबां दियां झोलियां इत्थे भरियां, तू दुनियावी तौर ते गरीब है, हृदय च तेरे गुरु ने गरीबी दिती है, लिया तेरी भी झोली भर दी है, तू भी किसी लेखे लग जावे। हथ जोड़ के क्या महापुरखो ये तो तुहाडी मेहर है, जिवें मर्जी करो, पर मेरा सिर छोटा टकसाल की पंड वड्डी है, चुकी नहीं जानी। चुप रहे। बाणी का नितनेम सुनिया। सामा आया 300 वरे गंढ, मेरे चौजी प्रीतम पुत्रां दे दानी सरबंस दानी का अवतार पुरब पटना साहिब विखे मनाया। यही संत महापुरख बाबा करतार सिंह जी सुल्तानपुर साहब वाले का प्रबंध सी, उतों की कमेटी का प्रबंध सी। भाई मान सिंह जी अजे भी जिउंदे है, जो हैड ग्रंथी के रूप में उत्थे सेवा करते हैं। सचखंड वासी संत बाबा सोहन सिंह जी बिरिया शीना गुरु का सीना जिन्होंने हिरदा बनाया है, उन्होंने वंश विचों सचखंड पधार गए। और महापुरखों ते बेअंत सेवा बाबा जी दसणगे अपने बोलण के टाइम 300 वरे गंढ ते भोग पिया, सिरों पर बख्शिश किए गए। सिरों पर बख्शिश होने तो पिछों महापुरखों ने सिरों पर जो तख्त तो मिलिया, सुंदर सोने की पालकी साहबान दे विच जगत गुरु श्री गुरु ग्रंथ साहिब जी का प्रकाश है। ताबिया बैठे हैं। महापुरखों ने उस वे बचन किए, टेप रिकॉर्ड का आपके कोल मौजूद है, जे किसी ने सुनने हो तो सुना भी देवांगे। सो खालसा जी उस वे बचन किए, कुछ मोटिया मोटिया बेनतियां करांगा, अखर हो सकता नंबरवार मेरे पूरे याद ना होण। महापुरखों ने उस वे कहा कि 300 वरे गंढ की याद विच जो भाई इत्थे खंड पाठां की लड़ी चली सी, वो अज निर्विघन संपूर्ण हुई है। सिरों पाव बहुतों नूं देने सन, इस वास्ते कथा नहीं हो सकी। जेड़ा सिरों पाव दास नूं, संत बाबा गुरबचन सिंह जी खालसा कह रहे हैं, जो दास नूं सिरों पाव तख्त तो प्राप्त होया है, ये सिरों पाव मैं भाई करतार सिंह के सिर ते पा के इदू गाह जे बचन खोर के 10वें पातशाह का नाम इत्थे नहीं लिया टेप विच। ये सिरों पाव भाई करतार सिंह के सिर ते पा के गुरु साहब लाज आप रखण, इन्ना खड़किया। तुसी हो सारे वड्डे, बहुत शरीर वड्डियां संतां नाल भी रहे हो, ये सारे तो छोटा है। 300 वरे गंढ के संबंध विच दास संगतां दे मन विच भी उमाह है, मेरे मन विच भी उमाह आया है। जो महाराज संत बाबा सुंदर सिंह जी ने यह सेवा कलगीधर दी चलाई हुई दास नूं बख्शिश कीती सी, ਜਦੋਂ तक शरीर बनया है गुरु साहब सेवा लेंदे रहण। दास तो पिछों टकसाल नूं अर्थ पढ़ाउण दी चलाउण दी यह सेवा जो बाबा सुंदर सिंह जी महाराज ने दास नूं बख्शी सी, अज तो सिरों पाव भाई करतार सिंह दे सिर ते रख के कलगीधर दे चरनी पा के ये टकसाल की सेवा मैं भाई करतार सिंह जी नूं दिंदा है। जो टेपां जो कथा टेप हो रही है, ये टेपां ते मशीन, ये भी मैं अज तो भाई करतार सिंह दे जुम्मे सतगुरु की हजूरी अरदास कराउंदा हां। जे किसी ने उतारा करना होवे तो भाई करतार सिंह जी के पासों कर लवे, जां इहदे कोल रह के सुन लवे। यह जिम्मेवारी टेपां की भाई करतार सिंह की है, कि जो पिंडरां की जिम्मेवारी है वह भी अज तो मैं भाई करतार सिंह जी नूं सौंपदा हां, क्योंकि किते ऐसा समा बन जाए तो उत्थे विद्यार्थियों नूं रख के ये पढ़ा सके, नहीं तो विचर के संगतां की सेवा करे। उतों की सेवा भाई चन्नण सिंह नूं सौंपी हुई है। उहदे पिंड का नाम नहीं लिया, पर पिंड का सेखा सी, दास के जन्म स्थान तो लागे पैंदा है। उहदे पिंड भी 3 वेरा मैं गया हाँ, उहनूं सौंपी हुई है कि जे वो सेवा संभालने आलस करे, उतों की सेवा का प्रबंध भी भाई करतार सिंह के जुम्मे है। जे समा ऐसा बने तो रह के विद्यार्थियों को उत्थे पढ़ावे, नहीं तो विचर के संगतां च सेवा करे। ये सिंह दे ताईं ये भी बेनती है, जेड़ी माया संगतां दिंदियां ये घर दा मोह ना करे। ये सेवा संगतां विच ਸਿੰਘਾਂ ਦਾ गुरु की गोलक, ਸਿੰਘਾਂ ਦਾ मूँह गुरु की गोलक जान के संगतां विच खर्च करे। ये भी भाई ये ताईं हदायत है, ये ताईं हुक्म है, ये ताईं बेनती है। ये बचन टेप प्रकारण मौजूद हैं। उतों सेवा सौंपी गई, महापुरखों ने बचन टेप कर दिते।
ਗਿਆਨੀ ਮੋਹਨ ਸਿੰਘ ਜੀ ਨੇ ਵੀ ਆਪਣੇ ਹੱਥੀਂ ਮਹਾਂਪੁਰਖਾਂ ਦੇ ਪਾਸੋਂ ਕੁਝ ਮਾਇਆ ਲੈ ਕੇ ਸੇਵਾ ਕੀਤੀ, ਸਿਰੋਂ ਪਾ ਦਿੱਤਾ। ਭਾਈ ਬਚਿੱਤਰ ਸਿੰਘ ਜੀ ਨੇ ਇੱਕ ਸਵੈਟਰ, ਇੱਕ ਦਸਤਾਰ ਤੇ 7100 ਰੁਪਇਆ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਦਸਤਾਰਬੰਦੀ ਦੀ ਖੁਸ਼ੀ ਵਿੱਚ ਦਿੱਤਾ। ਬਾਕੀ ਵੀ ਸਾਰਿਆਂ ਨੇ ਜਿਹੜੇ ਜ਼ਿੰਮੇਵਾਰ ਸੱਜਣ ਸੀ ਖੁਸ਼ੀ ਪ੍ਰਗਟਾਈ। ਸੰਤ ਬਾਬਾ ਕਰਤਾਰ ਸਿੰਘ ਜੀ ਕੋਲ ਬੈਠੇ ਹੈ, ਇਹਨਾਂ ਨੂੰ ਵੀ ਪੁੱਛਿਆ ਜਾ ਸਕਦਾ ਹਜ਼ੂਰ ਦੀ ਹਜ਼ੂਰੀ ਵਿੱਚ ਉਹ ਸੇਵਾ ਕਿਵੇਂ ਮਿਲੀ, ਇਹਨਾਂ ਦੇ ਹੱਥੀਂ ਸਾਰਾ ਕੁਝ ਹੋਇਆ ਹੈ। ਤੇ ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦਗੇ, ਉਹਨਾਂ ਦੇ ਹੱਥੀਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਇਹ ਦਸਤਾਰ ਦਵਾਈ ਸੀ। ਤੇ ਭਾਈ ਮਾਨ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਨੇ ਆਪ ਅਰਦਾਸ ਕੀਤੀ। 8 ਸਾਲ ਰਹਿ ਕੇ ਜੋ ਬੇਮਿਸਾਲ ਸੇਵਾ ਕੀਤੀ ਹੈ ਉਹ ਤੁਹਾਨੂੰ ਪਤਾ ਹੈ। ਐਮਰਜੈਂਸੀ ਦੀਆਂ ਧੱਜੀਆਂ ਉਡਾਈਆਂ। ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਇਹ ਡਿਕਟੇਟਰ ਸਨ, ਸ਼ਾਇਦ ਇਹਨਾਂ ਨੂੰ ਵੀ ਯਾਦ ਹੋਵੇਗਾ, ਜੇ ਨਾ ਹੋਵੇਗਾ ਦੱਸਣ ਤੋਂ ਜ਼ਰੂਰ ਚੇਤਾ ਆ ਜਾਵੇਗਾ। ਜਿੱਥੇ ਹੁਣ ਆਸਣ ਹੈ ਇੱਥੇ ਆਸਣ ਸੀ ਤੇ ਦਾਸ ਨਾਲ ਗਿਆ ਸੀ। ਪਹਿਲਾਂ ਮੈਂ ਹੀ ਆਗਿਆ ਲੈ ਕੇ ਆਇਆ ਸੀ, ਸੰਤਾਂ ਨੇ ਭੇਜਿਆ ਸੀ ਅਸੀਂ ਮਿਲਣਾ। ਇਹਨਾਂ ਮਹਾਂਪੁਰਖਾਂ ਨੇ ਆਗਿਆ ਦੇ ਦਿੱਤੀ, ਆ ਜਾ ਕੋਈ ਰੁਕਾਵਟ ਨਹੀਂ। ਬਲਵੰਤ ਸਿੰਘ ਰਾਮੂ ਵਾਲੀਆ ਉਹਦਾ ਤਾਂ ਮੈਨੂੰ ਵੀ ਚੇਤਾ ਹੈ, ਤੇ 2 ਸੱਜਣ ਹੋਰ ਸੀ ਉਹਨਾਂ ਦਾ ਮੈਨੂੰ ਯਾਦ ਨਹੀਂ, ਕਿਉਂਕਿ ਉਹਨਾਂ ਦੀ ਪਹਿਲਾਂ ਵਾਕਫੀਤ ਕੋਈ ਨਹੀਂ ਸੀ। ਸੰਤਾਂ ਦੀ ਗੱਲਬਾਤ ਹੋਈ, ਮਹਾਂਪੁਰਖਾਂ ਨੇ ਕਿਹਾ ਬਾਬਾ ਜੀ ਸੰਤਾਂ ਦੇ ਮੋਢਿਆਂ ਤੇ ਆ ਗਈ ਹੈ, ਫਿਕਰ ਨਾ ਕਰੋ ਪੂਰੀ ਨਿਭੇਗੀ। ਸੰਤ ਹਰਚੰਦ ਸਿੰਘ ਜੀ ਕੋਲ ਬੈਠੇ ਤੁਹਾਨੂੰ ਦੱਸਣਗੇ ਆਪਣੇ ਟਾਈਮ ਵਿੱਚ। ਤੇ ਤੁਰਨ ਲੱਗਿਆ ਇਹ ਵੀ ਬਚਨ ਕਿਹਾ ਸੀ, ਭਾਵੇਂ ਕੋਈ ਗੁੱਸਾ ਕਰਨਗੇ ਕਰਨ। ਉਸ ਵੇਲੇ ਸੰਤਾਂ ਨੂੰ ਕਿਹਾ ਸੀ ਸੰਤ ਜੀ ਅਸੀਂ ਤਾਂ ਸ਼ੁਕਰ ਕੀਤਾ ਸੀ, ਇਹ ਰਾਜਨੀਤਿਕਾਂ ਨੇ 2 ਸੰਤ ਲੈ ਲਏ ਹੈ, ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ, ਤੀਜੇ ਫਸ ਗਏ। ਹੁਣ ਤੁਸੀਂ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਤੁਸੀਂ ਵੀ ਤਕੜੇ ਰਹੋ। ਜੇ ਤਾਂ ਇੰਨੇ ਤੋਂ ਬਚ ਗਏ ਫੇਰ ਤਾਂ ਬਚੇ ਰਹੋਗੇ, ਜੇ ਕਿਤੇ ਇਹਨਾਂ ਦੀ ਕੜਕੀ ਜਾਵੇ ਫੇਰ ਮੁਸ਼ਕਲ ਹੈ। ਪਰ ਗੁਰੂ ਨੇ ਕਿਰਪਾ ਕੀਤੀ, ਉਸ ਵੇਲੇ ਅਰਦਾਸਾਂ ਹੋਈਆਂ। ਮਹਾਂਪੁਰਖਾਂ ਨੇ 37 ਜਲੂਸ ਥਾਵਾਂ ਥਾਵਾਂ ਤੇ ਵਿਚਰ ਕੇ ਹਿੰਦੁਸਤਾਨ ਵਿੱਚ ਕੱਢੇ। ਐਮਰਜੈਂਸੀ ਦੇ ਵਿਰੁੱਧ, ਗੌਰਮੈਂਟ ਦੇ ਵਿਰੁੱਧ, ਸੱਚ ਦੇ ਹੱਕ ਵਿੱਚ 40 ਲੱਖ ਦੇ ਕਰੀਬ ਅਖਬਾਰਾਂ ਦੀਆਂ ਖਬਰਾਂ। ਦਿੱਲੀ ਵਿਖੇ ਇਕੱਠ ਹੋਇਆ, ਪ੍ਰਧਾਨ ਮੰਤਰੀ ਆਈ, ਸਾਰੀ ਸੰਗਤ ਉੱਠ ਕੇ ਖੜੀ ਹੋ ਗਈ, ਬਿਮਾਰੀ ਪੈ ਗਈ ਸਾਨੂੰ ਸਾਰਿਆਂ ਨੂੰ। ਬੇਨਤੀ ਕਰਾਂਗਾ ਕਿੱਡਾ ਵੱਡੇ ਤੋਂ ਵੱਡਾ ਲੀਡਰ ਹੋਵੇ, ਕਿੱਡਾ ਵੱਡੇ ਤੋਂ ਵੱਡਾ ਸੰਤ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਬੰਦੇ ਦਾ ਸਤਿਕਾਰ ਕਰਨ ਵਾਸਤੇ ਉੱਠ ਕੇ ਕਦੇ ਖੜੇ ਨਹੀਂ ਹੋਣਾ। ਹਾਂ ਸਟੇਜ ਤੋਂ ਜ਼ਿੰਮੇਵਾਰ ਸਤਿਕਾਰ ਕਰਨ, ਉਹ ਜ਼ਿੰਮੇਵਾਰ ਕੇਵਲ ਸਤਿਕਾਰ ਕਰਨ, ਬਾਕੀ ਸੰਗਤ ਜਕਾਰਿਆਂ ਨਾਲ ਸਤਿਕਾਰ ਕਰੇ ਜੇ ਕਿਸੇ ਦਾ ਕਰਨਾ ਹੈ। ਪਰ ਇੰਦਰਾ ਆਈ, ਮਹਾਂਪੁਰਖਾਂ ਨੂੰ ਟਾਈਮ ਮਿਲਿਆ, ਟਾਈਮ ਵਿੱਚ ਤਬਦੀਲੀ ਕੀਤੀ ਗਈ ਕਿ ਬੀਬੀ ਇੰਦਰਾ ਆ ਗਈ ਹੈ ਪ੍ਰਧਾਨ ਮੰਤਰੀ। ਇਸ ਵਾਸਤੇ ਸੰਤਾਂ ਦਾ ਟਾਈਮ ਕੈਂਸਲ ਕੀਤਾ ਜਾਂਦਾ ਹੈ, ਇਹ ਤੋਂ ਪਿੱਛੋਂ ਦਿੱਤਾ ਜਾਵੇਗਾ। ਜਦੋਂ ਆਈ ਸਾਰੀ ਸੰਗਤ ਖੜੀ ਹੋਈ, ਸੰਤ ਇਕੱਲੇ ਤਾਬਿਆ ਬੈਠੇ ਰਹੇ, ਪਰ ਚਿਹਰੇ ਤੇ ਇੱਕ ਰੰਗ ਚੜ੍ਹਦਾ ਕੁੱਤਰ ਦਾ ਵੀਰ ਰਸ ਵਿੱਚ ਆ ਕੇ ਬੈਠ ਗਈ। ਸਾਰਿਆਂ ਨੇ ਵਾਰੀ ਵਾਰੀ ਬੋਲਣਾ ਆਰੰਭ ਕੀਤਾ। ਸੰਤਾਂ ਦਾ ਟਾਈਮ ਆਇਆ ਜਿੱਥੇ 6 ਮਿੰਟ ਮਿਲੇ ਸੀ, ਪਿੱਛੋਂ 27 ਮਿੰਟ ਮਿਲੇ। 27 ਮਿੰਟਾਂ ਦੇ ਟਾਈਮ ਦੀ ਆਰੰਭਤਾ ਵਿੱਚ ਇਹ ਕਹਿ ਦਿੱਤਾ, ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨਾ ਖਾਓ, खेत जो मांडियो सूरमा अब जूझन को दाओ, सूरा सो पहचानिए जो लड़ा दीन के हेत, पुरजा पुरजा कट मरै कबू ने छाड़ा खेत। इथों प्रकरण आरंभ करके नाल ही कह दिता कि जेड़ा बीबी इंदिरा ने इत्थे आके किया ओहदा मूँह तां नूं फोटो चो दित्ते। वो पुछदी है कौन है, ते ओहदा ज्ञानी जैल सिंह मुख मंत्री सी, कहंदा यही पिंडां वाला है। ਇਹ ਵਾਰੰਟਾਂ ਵਾਰੰਟਾਂ ਦੀਆਂ ਹੁਣ ਹੀ ਨਹੀਂ ਗੱਲਾਂ ਚੱਲੀਆਂ। ਸੰਤ ਬਾਬਾ ਸੁੰਦਰ ਸਿੰਘ ਜੀ ਦੇ ਵਾਰੰਟ ਜਾਰੀ ਹੋਏ ਸੀ ਅੰਗਰੇਜ਼ਾਂ ਵੇਲੇ, ਉਹਨਾਂ ਨੇ ਵੀ ਵਾਰੰਟ ਜਾਰੀ ਹੋਏ ਫੜਨਾ ਚਾਹਿਆ ਸੀ ਪਰ ਉਹਨਾਂ ਨੂੰ ਤਾਂ ਫੜਿਆ ਨਹੀਂ। ਸਮੇਂ ਦੀ ਤਬਦੀਲੀ ਆ ਗਈ। ਸੋ ਖਾਲਸਾ ਜੀ ਸੰਤਾਂ ਨੇ ਕਿਹਾ ਕਿ ਜਿਹੜਾ ਬੀਬੀ ਇੰਦਰਾ ਨੇ ਇੱਥੇ ਆ ਕੇ ਕਿਹਾ ਕਿ ਦਿੱਲੀ ਦੀ ਸਟੇਜ, ਦਿੱਲੀ ਦਾ ਤਖਤ ਗੁਰੂਆਂ ਦੇ ਉੱਪਰ ਤਸ਼ੱਦਦ ਕਰਦਾ ਰਿਹਾ, ਅੱਜ ਉਹ ਹੀ ਦਿੱਲੀ ਦਾ ਤਖਤ ਇੱਥੇ ਆ ਕੇ ਨਮਸਕਾਰ ਕਰ ਰਿਹਾ ਹੈ। ਮਹਾਂਪੁਰਖਾਂ ਨੇ ਕਿਹਾ ਬੀਬੀ ਅਸੀਂ ਤੈਨੂੰ ਪੁੱਛਣਾ ਚਾਹੁੰਦੇ ਹਾਂ, ਤੂੰ ਸੰਗਤ ਵਿੱਚ ਆ ਕੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਸਾਨ ਜਣਾਉਂਦੀ ਹੈ। ਜਿੰਨੇ ਸਰੀਰ ਤੇ ਰੋਮ ਆ ਕੁੱਲ ਹਿੰਦੂਆਂ ਦੇ, ਤੇਰੇ ਕੱਲੀ ਦੇ ਨਹੀਂ, ਤੂੰ ਤਾਂ ਮੁੰਨੀ ਫਿਰਦੀ ਸਾਬਤ ਨਹੀਂ ਰਹਿਣ ਦਿੱਤੇ। ਕੁੱਲ ਹਿੰਦੂਆਂ ਦੇ ਜਿੰਨੇ ਕਿਸੇ ਦੇ ਮਾੜੇ ਮੋਟੇ ਕੇਸ ਹੈ, ਇੰਨੇ ਵੇਰਾ ਜਨਮ ਲੈ ਕੇ ਤੇ ਸਾਰੇ ਹਿੰਦੂ ਆਪਣਾ ਸਿਰ ਵੱਢ ਕੇ
ਗੁਰੂ ਤੇਗ ਬਹਾਦਰ ਸਾਹਿਬ ਦੇ ਹਾਜ਼ਰ ਕਰਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਦਾ ਆਸਾਨ ਨਹੀਂ ਚੁਕਾ ਸਕੋਗੇ। ਇਹ ਗੱਲ ਸਟੇਜ ਤੇ ਕਹੀ ਸੀ ਤੇ ਨਾਲ ਇਹ ਵੀ ਕਿਹਾ ਸੀ ਕਿ ਜਿਹੜੇ ਗਰੀਬੀ ਹਟਾਓ ਦੇ ਨਾਅਰੇ ਲੱਗ ਰਹੇ ਹੈ। ਦੋ ਤਰੀਕੇ ਗਰੀਬੀ ਹਟਾਉਣ ਦੇ। ਇੱਕ ਤਾਂ ਇਹ ਤਰੀਕਾ ਹੈ ਕਿ ਜਿਹੜੇ ਗਰੀਬੀ ਹਟਾਉਣ ਦੇ ਇੱਛੁਕ ਹੈ ਉਹ ਅਰਦਾਸ ਕਰੋ ਕਿ ਪਰਮੇਸ਼ਰ ਸਾਨੂੰ ਮਾਰ ਕੇ ਇੰਦਰਾ ਦੇ ਘਰੇ ਜਮਾ ਦੇ, ਕਿਉਂਕਿ ਪ੍ਰਧਾਨ ਮੰਤਰੀ ਗਰੀਬੀ ਉਹਨਾਂ ਦੀ ਚੁੱਕੀ ਜਾਊ। ਤੇ ਦੂਜਾ ਤਰੀਕਾ ਕਲਗੀਧਰ ਦਾ, ਜੋ ਤਾਂ ਕਿ ਮਾਰਗ ਮੈਂ ਆਏ ਦੂਖ ਭੂਖ ਕਬੂ ਨੇ ਸੰਤਾਏ। ਕਲਗੀਧਰ ਦੇ ਰਸਤੇ ਤੇ ਆਓ, ਅੰਮ੍ਰਿਤ ਛਕੋ, ਪੀੜੀਆਂ ਛਕਾਲਮ ਹੋਰ ਭੈੜੀਆਂ ਨਸ਼ੀਲੀਆਂ ਚੀਜ਼ਾਂ ਇਹਨਾਂ ਦੀ 8 ਦਿਨ ਦੀ ਵਰਤੋਂ ਬੰਦ ਕਰਕੇ ਇਹਦਾ ਜਿਹੜਾ ਖਰਚ ਹੋਵੇ ਉਹ ਗਰੀਬ ਜਨਤਾ 'ਚ ਵੰਡ ਦਈਏ। ਗਰੀਬੀ ਖੰਭ ਲਾ ਕੇ ਦੁਨੀਆ 'ਚ ਹਿੰਦੁਸਤਾਨ 'ਚ ਉੱਡ ਜਾਵੇਗੀ। ਇਹਨਾਂ ਨਸ਼ੇ ਦਾ ਖਰਚ ਹੈ, ਇਹ ਤਰੀਕਾ। ਤੇ ਜਿਹੜਾ ਇੱਥੇ ਕਿਹਾ ਗਿਆ ਕਿ ਇਸ ਤਰ੍ਹਾਂ ਹੋ ਜਾਵੇਗੀ, ਅਸੀਂ ਸਾਡਾ ਰਿਸ਼ਤਾ ਇੱਕ ਚੌਧਰੀ ਨੇ ਕਿਹਾ ਸੀ, ਹੁਣ ਸ਼ਾਇਦ ਉਹਦੀ ਚਪਲੀ ਝਾੜ ਕੇ ਰਾਸ਼ਟਰਪਤੀ ਬਣਿਆ ਜਾਂ ਉਹਦੇ ਨਾਲ ਦਾ ਸੀ। ਉਹਨੇ ਕਿਹਾ ਉਸ ਵੇਲੇ ਕਿ ਸਾਡਾ ਬਹੁਤ ਸੋਹਣਾ ਰਿਸ਼ਤਾ ਪੈ ਗਿਆ ਬੀਬੀ ਇੰਦਰਾ ਨਾਲ, ਕਿਉਂਕਿ ਸਿੱਖਾਂ ਨੇ ਕੁੜੀ ਪੰਡਤਾਂ ਨੂੰ ਦੇ ਦਿੱਤੀ ਹੈ। ਲਾਹਨਤ ਨਹੀਂ, ਉਹ ਮੋਨਿਆਂ ਦੇ ਘਰੇ ਕੇਸਾਂ ਧਾਰੀਆਂ ਦੀ ਲੜਕੀ ਵਿਆਹੀ ਜਾਵੇ ਤੇ ਜਿਨ੍ਹਾਂ ਲੋਕਾਂ ਨੇ ਕੁੱਟ ਵੀ ਨਹੀਂ ਪਈ। ਨਰੰਗੇ ਨੇ ਇੱਕ ਵੇਰਾ ਕਿਹਾ ਆ ਜਨੇਊ ਤੇ ਟੋਪੀ ਲਾ ਕੇ ਮੇਰੇ ਮੰਜੇ ਤੇ ਰੱਖ ਦੇ, ਮਾਰਿਆ ਕੋਈ ਨਹੀਂ। ਤੇ ਇੱਕ ਹੱਥ 'ਚ ਟੋਪੀ ਤੇ ਇੱਕ ਹੱਥ 'ਚ ਜਨੇਊ, ਜਾ ਕੇ ਕਹਿੰਦੇ ਬਾਦਸ਼ਾਹ ਸਲਾਮਤ ਸਾਡੀ ਜਿੰਦ ਬਖਸ਼ ਦੇ, ਟੋਪੀ ਦਾ ਕੀ ਆ ਭਾਵੇਂ 2 ਲੈ ਲੈ। ਓਏ ਉਹਨਾਂ ਲੋਕਾਂ ਦੇ ਘਰੇ ਕੁੜੀ ਵਿਆਹੀ ਜਾਵੇ ਸਿੱਖਾਂ ਦੀ, ਤੇ ਸਿੱਖ ਦਾ ਪੁੱਤ ਸਟੇਜ ਤੇ ਖੜੋ ਕੇ ਤੇ ਚਪਲੀ ਨੂੰ ਝਾੜ ਕੇ ਤੇ ਉਹਨੂੰ ਖੁਸ਼ ਕਰਨ ਵਾਸਤੇ ਕਹਿ ਦੇਵੇ ਸਾਡਾ ਰਿਸ਼ਤਾ ਪੈ ਗਿਆ, ਜੀ ਖੁਸ਼। ਮਹਾਂਪੁਰਖਾਂ ਨੇ ਸਟੇਜ ਤੇ ਅੱਜ ਤੱਕ ਕਹਿਣਾ ਸੌਖਾ ਹੈ, ਉਦੋਂ ਬੜਾ ਔਖਾ ਸੀ। ਐਮਰਜੈਂਸੀ ਜੋਬਨ ਤੇ ਸੀ, ਮਹਾਂਪੁਰਖਾਂ ਨੇ ਲੱਗਿਆ ਸੀ ਕਹਿਣਾ ਚਾਹੁੰਦੇ 40 ਲੱਖ ਦੇ ਇਕੱਠ 'ਚ, ਤੇ ਬੀਬੀ ਨੂੰ ਸੰਬੋਧਨ ਕਰਕੇ ਪ੍ਰਧਾਨ ਮੰਤਰੀ ਨੂੰ ਖਾਲਸੇ ਨੇ ਕਦੇ ਧੀਆਂ ਦੇ ਕੇ ਰਾਜ ਨਹੀਂ ਕੀਤਾ। ਖਾਲਸਾ ਜਾਂ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਦਿਨ ਕੱਢਦਾ ਤੇ ਜਾਂ ਫਿਰ ਜਿਵੇਂ ਖਾਲਸੇ ਦੇ ਰਾਜ ਦਾ ਪਤਾ ਕਿਵੇਂ ਕਾਇਮ ਕੀਤਾ ਹੈ, ਸਾਰੀਆਂ ਸਾਖੀਆਂ ਇਤਿਹਾਸਾਂ ਵਿੱਚ ਆਉਂਦੀਆਂ। ਰਾਜ ਕਾਇਮ ਕੀਤਾ, ਰਾਜ ਲਿਆ ਤੇ ਆਪਣੀ ਜੁਰਤ ਨਾਲ ਲਵਾਂਗੇ। ਕੋਈ ਕਿਸੇ ਕੋ ਰਾਜ ਨਾ ਦਾ ਹੈ, ਜੋ ਲੈ ਹੈ ਸੋ ਨਿਜ ਬਲ ਸੇ ਲੈ ਹੈ। ਖਾਲਸਾ ਰਾਜ ਕਾਇਮ ਕੀਤਾ ਤੇ ਇਸੇ ਤਰ੍ਹਾਂ ਕਰਾਂਗੇ। ਤੇ ਜੇ ਨਾ ਮਿਲਿਆ ਤੇ ਘੋੜਿਆਂ ਦੀਆਂ ਕਾਠੀਆਂ ਤੇ ਦਿਨ ਤੱਕ ਕੱਟ ਲਵਾਂਗੇ, ਪਰ ਆਪਣੀਆਂ ਕੁੜੀਆਂ ਮੋਨਿਆਂ ਨੂੰ ਦੇ ਕੇ ਰਾਜ ਨਹੀਂ ਕਾਇਮ ਕਰਾਂਗੇ। ਇਹ ਉਸ ਵੇਲੇ ਕਹਿਣਾ ਜੇ ਜੁਮੇ ਆਇਆ ਤੇ ਉਸ ਮਹਾਬਲੀ ਯੋਧੇ ਦੇ ਹੱਕ ਵਿੱਚ ਹੀ ਆਇਆ ਜਿਨ੍ਹਾਂ ਦੀ ਅੱਜ ਆਪਾਂ ਯਾਦ ਮਨਾ ਰਹੇ ਹਾਂ। ਇੰਨੀਆਂ ਘਾਲੀਆਂ ਇਹਨਾਂ ਤਸੀਹੇ ਝੱਲ ਕੇ, ਇਹਨੇ ਕਸ਼ਟ ਝੱਲ ਕੇ ਤੇ ਫਿਰ ਖਾਲਸਾ ਜੀ ਮਹਾਂਪੁਰਖਾਂ ਦੇ ਪਾਸੋਂ ਬਖਸ਼ਾਂ ਦੇ ਪਾਤਰ ਬਣ ਕੇ ਉਹ ਬਖਸ਼ਿਸ਼ ਪ੍ਰਾਪਤ ਕਰਕੇ ਤੇ ਸਿੱਖ ਕੌਮ ਦੀ ਬੇਮਿਸਾਲ ਸੇਵਾ 37 ਜਲੂਸਾਂ ਦੇ ਰੂਪ ਵਿੱਚ ਕੀਤੀ। ਮਹਿਤੇ ਜਿਹੜੇ ਮਹਾਂਪੁਰਖ ਗੁਰਸੱਜਣ ਗੁਰਸਿੱਖ ਗਏ ਮਾਈ ਭਾਈ, ਉਹਨਾਂ ਨੂੰ ਪਤਾ 8 ਸਾਲਾਂ 'ਚ ਕਿੱਡੀਆਂ ਇਮਾਰਤਾਂ ਬਣਾਈਆਂ। ਜਪਜੀ ਸਾਹਿਬ ਰਹਿਰਾਸ ਕੀਰਤਨ ਸੋਲੇ ਦੀ ਸਟੀਕ ਤਿਆਰ ਕੀਤੀ। ਛੋਟਾ ਜਿਹਾ ਖਾਲਸਾ ਜੀਵਨ ਲਿਖਤੀ ਰੂਪ ਵਿੱਚ ਸੇਵਾ ਕੀਤੀ। ਅੱਗੇ ਪਰਮੇਸ਼ਰ ਨੂੰ ਕੁਝ ਹੋਰ ਪਾਇਆ। ਐਕਸੀਡੈਂਟ ਹੋਣ ਦੇ ਨਾਲ ਕਾਂਡ ਵਾਪਰਿਆ। ਐਕਸੀਡੈਂਟ ਵਾਲੇ ਦਿਨ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਉਹਨਾਂ ਦੇ ਨਾਲ ਰਹਿਣ ਦਾ ਸਮਾਂ ਮਿਲਿਆ। ਜਿਸ ਵੇਲੇ ਆਪ ਜੀ ਹਸਪਤਾਲ ਵਿੱਚ ਸਨ, ਬੋਤਲਾਂ ਲੱਗੀਆਂ ਸੀ, ਲੀਡਰ ਸਾਹਿਬਾਨ ਵੀ ਉਸ ਵੇਲੇ ਦੇ ਮੌਕੇ ਤੇ ਗਏ। ਸਾਰਿਆਂ ਨੇ ਆਪਣੀ ਸੇਵਾ ਜ਼ਾਹਰ ਕੀਤੀ ਤੇ ਡਾਕਟਰ ਨੇ ਇੱਕ ਦਿਨ ਕਿਹਾ ਕਿ ਸੰਤ ਜੀ ਆਪਰੇਸ਼ਨ ਕਰਨਾ, ਕੇਸ ਕੱਟਣੇ ਪੈਣਗੇ, ਵਾਲ ਰੋਮ ਕੱਟਣੇ ਪੈਣਗੇ। ਤਾਂ ਸੰਤਾਂ ਨੇ ਗਲ ਤੇ ਹੱਥ ਫੇਰ ਕੇ ਕਿਹਾ ਸੀ ਸਾਡਾ ਸਿਰ ਤਾਂ ਕੱਟਿਆ ਜਾ ਸਕਦਾ, ਰੋਮ ਨਹੀਂ ਕੱਟਿਆ ਜਾ ਸਕਦਾ। ਸਾਡਾ ਰੋਮ ਨਾ ਕੱਟਿਓ, ਸਿਰ ਭਾਵੇਂ ਵੱਢ ਦਿਓ। ਉਹਨਾਂ ਜ਼ਿੰਦਗੀ 'ਚ ਨਾਅਰੇ ਲਾਏ, ਨਾਅਰੇ ਆਪਾਂ ਵੀ ਲਾਉਂਦੇ ਆ ਇੱਥੋਂ ਸਟੇਜ ਤੋਂ, ਪਰ ਮਗਰੋਂ ਖੜਾਉਂਦੇ ਨੇ ਉਹਨਾਂ ਨਾਅਰਿਆਂ ਤੇ ਛਿੜਕ ਜਾਂਦੇ ਆ। ਉਹਨਾਂ ਨਾਅਰੇ ਲਾਏ ਸੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਅੰਤਲੇ ਸਵਾਸ ਤੱਕ ਨਿਭਾ ਦਿੱਤਾ। ਹੁਣ ਨਾਅਰੇ ਲੱਗਦੇ ਆ ਧਰਮ ਜਾਵੇ ਤਾਂ ਜਾਵੇ, ਸਾਡੀ ਕੁਰਸੀ ਕਿਤੇ ਨਾ ਜਾਵੇ। ਇਹ ਨਹੀਂ ਨਿਕਲਣੀ ਚਾਹੀਦੀ ਥੱਲੇ, ਧਰਮ ਜਿੱਧਰ ਜਾਂਦਾ ਜਾਣ ਦਿਓ। ਆ ਸਵਰਨ ਸਿੰਘ ਆ ਗਿਆ, ਹੋਰ ਵੀ ਉਹਨਾਂ ਦੇ ਕੌਕ ਆਏ ਸੀ ਪੁੱਛਣ ਵਾਸਤੇ, ਕਹਿੰਦੇ ਤੁਹਾਡਾ ਕਿ ਗਿਲਾ ਕੀ ਹੈ? ਮੈਂ ਸਾਡਾ ਗਿਲਾ ਦੱਸਾਂਗੇ ਕਿਤੇ, ਫਿਰ ਤੁਸੀਂ ਕਿਵੇਂ ਆਏ ਆ?
ਕਹਿੰਦੇ ਕੋਈ ਦੱਸੋ ਸਾਨੂੰ ਕੀ ਕੰਮ ਹੈ। ਮੈਂ ਕੰਮ ਤਾਂ ਕੋਈ ਨਹੀਂ, ਤੁਸੀਂ ਦੱਸੋ ਤੁਹਾਡਾ ਕੀ ਕੰਮ ਹੈ। ਕਹਿੰਦੇ ਜੀ ਅਸੀਂ ਸਿੱਖ ਹਾਂ, ਤੁਹਾਡੇ ਭਰਾ। ਮੈਂ ਸਾਨੂੰ ਨਹੀਂ ਲੱਗਦਾ ਵੀ ਤੁਸੀਂ ਸਿੱਖ ਹੋ। ਜੇ ਹੋ ਵੀ ਤੇ ਬੀਬੀ ਇੰਦਰਾ ਦੇ ਸਿੱਖ ਹੋ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਿਲਕੁਲ ਨਹੀਂ। ਗੁੱਸਾ ਕੀਤਾ ਸਵਰਨ ਸਿੰਘ ਨੇ, ਕਹਿੰਦਾ ਮੈਂ ਸੁਣਿਆ ਸੀ ਤੂੰ ਕਰੜਾ ਬਹੁਤ ਬੋਲਦਾ, ਅੱਜ ਮੂੰਹ ਤੇ ਬੋਲੀ ਜਾਂਦਾ। ਮੈਂ ਸਵਾਦ ਹੀ ਮੂੰਹ ਤੇ ਬੋਲਣ ਦਾ, ਪਿੱਛੋਂ ਘੁੰਡ ਕੱਢ ਕੇ ਕੀ ਬੋਲਣਾ, ਪਰ ਤੂੰ ਦੱਸ। ਕਹਿੰਦਾ ਮੈਂ ਮੇਰੇ ਤੇ ਸ਼ੱਕ ਹੈ ਤੈਨੂੰ ਕੋਈ? ਮੈਂ ਕਿਹਾ ਬਿਲਕੁਲ ਸ਼ੱਕ ਨਹੀਂ। 16 ਨੇ ਨਿਸ਼ਚੈ, ਜਿੰਨੇ ਤੁਸੀਂ ਚਿੱਟ ਪਕੜੀਏ ਉੱਥੇ ਬੈਠੇ ਸਭ ਇੰਦਰਾ ਦੇ ਸਿੱਖ ਹੈ। ਕਹਿੰਦਾ ਸਮਝਾ ਤਾਂ ਦੇ, ਸ਼ਾਇਦ ਸਾਨੂੰ ਭੁਲੇਖਾ ਹੀ ਹੋਵੇ। ਮੈਂ ਤਾਂ ਗੁਰੂ ਕਾ ਸਿੱਖ ਹਾਂ। ਕਹਿਣ ਲੱਗਾ ਮੈਂ ਲਾਲਾ ਜਗਤ ਨਾਰਾਇਣ ਗੱਡੀ ਚੜ੍ਹਿਆ ਸੀ, ਕਿਸੇ ਨੇ ਚੜ੍ਹਾ ਦਿੱਤਾ, ਤਨਖੇਦੀ ਕੀਤੀ ਸੀ। ਕਹਿੰਦਾ ਜੀ ਕੀਤੀ ਸੀ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਨੂੰ ਅੱਗ ਲਾ ਦਿੱਤੀ। ਸਾਰਾ ਪੰਥ ਤੜਫੀ ਜਾਂਦਾ ਹੈ, ਮਹਾਤਮਾ ਤੜਫੀ ਜਾਂਦੇ ਹੈ। ਤੁਸੀਂ ਵੀ ਆਹ ਚਿੱਟ ਕੱਪੜੀ ਉੱਥੇ ਤੜਫੇ ਸੀ, ਨਿਖੇਧੀ ਕੀਤੀ ਹੈ? ਕਹਿੰਦਾ ਜੀ ਨਹੀਂ ਕੀਤੀ। ਫਿਰ ਮੈਂ ਕਿਉਂ ਸ਼ੈਤਾਨੀ ਵਰਤੀ? ਕਿਉਂਕਿ ਮੈਨੂੰ ਅਨਪੜ੍ਹ ਸਮਝਦਾ ਸੀ, ਆਪਣੇ ਆਪ ਨੂੰ ਡਿਗਰੀਆਂ ਦਾ ਮਾਲਕ। ਕਹਿਣ ਲੱਗਾ ਜੀ ਇਹ ਗਲਤੀ ਨਹੀਂ, ਅਣਗਹਿਲੀ ਹੈ। ਮੈਂ ਕਿਹਾ ਅਣਗਹਿਲੀ ਹੈ ਤੇ ਹੁਣ ਕੀ ਕਰ ਰਹੀ ਹੈ? ਕਹਿੰਦਾ ਕਿਵੇਂ? ਮੈਂ ਕਿਹਾ ਅਖਬਾਰਾਂ ਵਾਲੇ ਬੈਠੇ ਹੈ, ਇਹਨਾਂ ਨੂੰ ਕਹਿ ਦੇ ਕਿ ਮੈਥੋਂ ਅੱਗੇ ਅਣਗਹਿਲੀ ਹੋ ਗਈ। ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਤੇ ਅਸੀਂ ਆਪਣਾ ਹੱਕ ਪੂਰਾ ਕਰਾਂਗੇ। ਕਹਿੰਦਾ ਮਜਬੂਰੀ ਹੈ। ਮੈਂ ਮਜਬੂਰੀ ਦੇ ਕਹਿ ਇੰਦਰਾ ਦਾ ਸਿੱਖ ਹਾਂ। ਉਹ ਜਿਹੜਾ ਆਪਣੇ ਪਿਓ ਵਾਸਤੇ ਨਹੀਂ ਬੋਲ ਸਕਦਾ, ਗੁਰੂ ਦਾ ਸਿੱਖ ਕਿਵੇਂ ਉਹ? ਸੋ ਖਾਲਸਾ ਜੀ, ਉਹਨਾਂ ਟਾਈਮਾਂ ਵਿੱਚ ਉਹਨਾਂ ਮਹਾਂਪੁਰਖਾਂ ਨੇ ਐਸੀਆਂ ਸੇਵਾਵਾਂ ਕਰਨੀਆਂ ਤੇ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕ ਨਾ ਜਾਵੇ। ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਇਹ ਨਾਅਰੇ ਲਾ ਕੇ ਆ DC ਨਰਿੰਦਰ ਸਿੰਘ ਦਾ ਭਰਾ ਤਾਂ ਚੜ੍ਹ ਗਿਆ ਸੀ, ਹੋ ਰਿਹਾ ਗਿਆ ਉਸ ਤਰ੍ਹਾਂ। ਫੇਰ ਸਹੀ ਕਿਤੇ ਜਿਵੇਂ ਗੁਰੂ ਟਾਈਮ ਬਖਸ਼ੇਗਾ ਕਿਸੇ ਨੂੰ। ਸੋ ਖਾਲਸਾ ਜੀ, ਇਹਨੇ ਗੁਰਦਾਸਪੁਰ ਦੇ ਜ਼ਿਲ੍ਹੇ 'ਚ ਕਿਹਾ ਸੀ ਕਿ ਵਜ਼ੀਰ ਆ ਰਹੇ ਹੈ ਤੇ ਸੰਤ ਕਰਤਾਰ ਸਿੰਘ ਜੀ ਜਲੂਸ ਰੋਕ ਦੇਵੋ। ਸੰਤ ਕਹਿਣ ਲੱਗਾ ਖੁਸਰਿਆ ਜਲੂਸ ਨਹੀਂ ਰੁਕੇਗਾ, ਜਲੂਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਜਾ ਰਿਹਾ ਹੈ। ਜਿਹੜੇ ਤੇਰੇ ਵਜ਼ੀਰ ਆ ਰਹੇ ਹੈ ਉਹ ਗੁਰੂ ਘਰ ਦੇ ਕੁੱਤੇ ਹੈ, ਗੁਰੂ ਘਰ ਦੇ ਨੌਕਰ ਹੈ, ਗੁਰੂ ਘਰ ਦੇ ਗੁਲਾਮ ਹੈ। ਉਹਨਾਂ ਆਪਦੇ ਵਜ਼ੀਰਾਂ ਨੂੰ ਕਹਿ ਦੇ ਜੋੜੇ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ, ਤੇ ਜੇ ਨਹੀਂ ਕਰਨਾ ਤੇ ਫਿਰ ਸੰਸਕਾਰ ਹੋਵੇਗਾ। ਇਹ ਬਚਨ 35 ਮਿੰਟ ਖੜੋ ਕੇ ਉਹਦੀ ਕੋਠੀ ਅੱਗੇ ਕਿਹਾ ਸੀ। ਸਟੇਜਾਂ ਤੇ ਡੀਂਗਾ ਤਾਂ ਸਾਰੇ ਮਾਰ ਲੈਂਦੇ ਆ, ਪਰ ਅੱਗੋਂ ਗੋਲੀ ਆਉਂਦੀ ਹੋਵੇ ਤੇ ਫਿਰ DC ਨੂੰ ਕਹਿਣਾ ਤੇ ਤੁਰਦਾ ਹੋ, ਉਹ ਕੋਈ ਮਾਈ ਦਾ ਲਾਲ ਵਿਰਲਾ ਹੀ ਕਵੇਗਾ। ਸੋ ਖਾਲਸਾ ਜੀ, ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਇਕੱਤਰ ਹੋਇਆ। ਟਾਈਮ ਭਾਵੇਂ ਬਹੁਤ ਵੱਧ ਲੱਗ ਗਿਆ। ਮੈਂ ਪ੍ਰਧਾਨ ਸਾਹਿਬਾਨ ਤੋਂ ਬਾਕੀ ਲੀਡਰਾਂ ਤੋਂ ਮਾਫੀ ਵੀ ਮੰਗਾਂਗਾ, ਪਰ ਹੁਕਮ ਹੋਇਆ ਸੀ ਕਿ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਕੁਝ ਜਿੰਨੀ ਕੁ ਜਾਣਕਾਰੀ ਹੈ ਦੱਸ ਦੇ। ਜਿੰਨੀ ਕੁ ਜਾਣਕਾਰੀ ਉਹਦੇ ਵਿੱਚੋਂ ਕਿਣਕਾ ਤੁਹਾਡੇ ਭੇਟ ਕੀਤਾ। ਸਮਾਂ ਇੰਨਾ ਨਹੀਂ ਕਿਉਂਕਿ ਸਾਰਿਆਂ ਨੇ ਬੋਲਣਾ, ਮੈਂ ਤਾਂ ਨੇਤਾ ਪ੍ਰਤੀ ਬੋਲਦਾ ਹੀ ਰਹਿਣਾ। ਸੋ ਮਹਾਂਪੁਰਖਾਂ ਦੇ ਸੰਬੰਧ ਵਿੱਚ ਸਿਆਣਿਆਂ ਤੋਂ ਸੁਣਨਾ ਯੋਗ ਹੋਵੇਗਾ। ਮੇਰੇ ਵਰਗਾ ਮੂਰਖ ਬੰਦੇ ਦਾ ਬੋਲਣਾ ਬਹੁਤਾ ਕੋਈ ਸ਼ੋਭਾ ਨਹੀਂ ਪਾਉਂਦਾਗਾ। ਪਰ ਸੰਗਤ ਨੂੰ ਬੇਨਤੀ ਕਰਦਾ ਹਾਂ, ਸਿੰਘੋ ਜੇ ਕੋਈ ਲੀਡਰ ਇਹ ਨਾਅਰਾ ਲਾਉਂਦਾ ਧਰਮ ਜਾਵੇ ਤਾਂ ਜਾਵੇ, ਸਾਡੀ ਕੁਰਸੀ ਕਿਤੇ ਨਾ ਜਾਵੇ, ਉਹ ਤੋਂ ਵੀ ਬਚੋ। ਤੇ ਨੌਜਵਾਨੋ, ਤੁਹਾਨੂੰ ਵੀ ਇੱਕ ਬੇਨਤੀ ਹੈ, ਤੁਸੀਂ ਲੀਡਰਾਂ ਨੂੰ ਤਾਂ ਡਾਂਗਾ ਖਿੱਚੀ ਫਿਰਦੇ ਆ, ਫਲਾਨਾ ਬਹਿ ਗਿਆ, ਫਲਾਨਾ ਲਿਟ ਗਿਆ, ਕੜਾਹ ਖਾੜੇ ਮਰ ਗਏ, ਤੇ ਪਾਣੀ 'ਚ ਬਹਿ ਕੇ ਨਿੱਤ ਕਹਿੰਦੇ ਆ। ਪਰ ਤੁਹਾਡੇ ਕੋਲੋਂ ਵੀ ਇੱਕ ਪੁੱਛਦਾ ਨੌਜਵਾਨਾਂ ਤੋਂ, ਸਾਤਾਂ ਨੇ ਤਾਂ ਇਹ ਨਾਅਰੇ ਲਾਏ ਹੈ ਤੇ ਨੌਜਵਾਨੋ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਬਹੁਮਤ ਨੇ ਕਿ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ ਤੇ ਨਾ ਆਵੇ। ਇਹ ਕਿਹਦੇ ਲਿਆਉਣੀ ਹੈ? ਤੁਸੀਂ ਆ ਮਾਈਆਂ ਬੈਠੀਆਂ ਤੇ ਇੱਥੇ ਅਰਦਾਸ ਬੜੀ ਛੇਤੀ ਪੂਰੀ ਹੁੰਦੀ ਹੈ। ਜਿਹੜੇ ਦਾੜੀਆਂ ਰੱਖਣੀਆਂ ਪਸੰਦ ਨਹੀਂ ਕਰਦੇ, ਅੰਮ੍ਰਿਤ ਤੋਂ ਮੁਨਕਰ ਹੈ, ਗੁਰੂ ਤੇ ਸ਼ੱਕ ਹੈ ਤੇ ਕਬਰਾਂ ਮੜੀਆਂ ਮਸਾਣੀਆਂ ਨੂੰ ਮੰਨਣਾ ਪਸੰਦ ਕਰਦੇ ਆ, ਉਹਨਾਂ ਲੋਕਾਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਗੁਰੂ ਅੱਗੇ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਨੂੰ ਮਾਰ ਕੇ ਜਨਾਨੀਆਂ ਬਣਾ ਦੇ ਤੇ ਜਨਾਨੀਆਂ ਨੂੰ ਮਰਦ ਬਣਾ ਦੇ। ਇਹ ਵਟਾਂਦਰੇ ਦੀ ਅਰਦਾਸ ਕਰ ਦਿਓ, ਨਾਲੇ ਤੁਹਾਡੀ ਸ਼ਰਧਾਂਜਲੀ ਹੋ ਜੂ। ਤੁਸੀਂ ਜਨਾਨੀਆਂ ਬਣ ਜਾਓ, ਜਨਾਨੀਆਂ ਮਰਦ ਬਣ ਜਾਣਗੀਆਂ। ਨਾ ਛਿੱਤਰ ਤੇ ਘਸਾ ਕੇ ਪਛਣਾ ਤੁਹਾਡੇ ਮੂੰਹ ਤੇ ਮਲਣਾ ਪਵੇ, ਨਾ ਸਾਨੂੰ ਸਿਰ ਖਪਾਉਣਾ ਪਵੇ, ਨਾ ਤੁਸੀਂ ਬੇਪਤ ਹੋਵੋ। ਇਹਦਾ ਫੈਸਲਾ ਕਰ ਦਿਓ ਜਿਹੜਾ ਕਰਕੇ ਜਾਣਾ ਦਾੜੀ ਕੱਟਿਆਂ ਨੇ। ਤੇ ਜੇ ਮਰਦ ਰਹਿਣਾ ਤੇ ਫਿਰ ਅੱਜ ਤੋਂ ਦਾੜੀਆਂ ਰੱਖੋ, ਦਾੜੀ ਨਾਲ ਮਰਦ ਹੈ, ਦਾੜੀ ਤੋਂ ਬਗੈਰ ਪਤਾ ਨਹੀਂ ਲੱਗਦਾ ਕੌਣ ਹੈ ਕੌਣ ਨਹੀਂ। ਸੋ ਸਿੱਖੀ ਨੂੰ ਧਾਰਨ ਕਰੋ, ਸੱਚੇ ਪਾਤਸ਼ਾਹ ਓਟ ਆਸਰਾ ਰੱਖੋ। ਤੇ ਜਿਹੜੇ ਗੌਰਮੈਂਟ ਨੇ ਤਸੀਹੇ ਜਿਹੜੇ ਸ਼ੁਰੂ ਕੀਤੇ ਆ
ਇਹਨਾਂ ਵੱਲ ਵੀ ਧਿਆਨ ਦਿਓ। ਆ ਪਰਸੋਂ ਚੌਥੇ ਇੱਕ ਬਹੁਤ ਭੈੜੇ ਸੁਭਾਅ ਦਾ ਮਨੁੱਖ ਸੀ, ਜਿਹਨੇ ਨਾ ਧੀ ਭੈਣ ਦੀ ਇੱਜ਼ਤ ਦੀ ਪਰਵਾਹ ਕੀਤੀ ਤੇ ਨਾ ਸਿੱਖੀ ਸਰੂਪ ਦੀ। ਉਹਨੂੰ ਪਤਾ ਨਹੀਂ ਕੌਣ ਗੱਡੀ ਚੜਾ ਗਿਆ, ਰੱਬ ਜਾਣੇ, ਤੇ ਜਾਂ ਮੋਟਰਸਾਈਕਲ ਵਾਲੇ ਜਾਣਨ। ਉਹ ਤਾਂ ਫੜੇ ਨਹੀਂ ਗਏ ਤੇ ਉਹਦੇ ਸਬੰਧ ਵਿੱਚ ਪਿੰਡ ਮਾਨੀ ਸਿੰਘ ਵਾਲਾ ਤੋਂ ਭਾਈ ਗੁਰਮੇਜ ਸਿੰਘ, ਉਹਦੇ 2 ਲੜਕੇ, ਇੱਕ ਜਗਤਾਰ ਸਿੰਘ ਤੇ ਇੱਕ ਜੁਝਾਰ ਸਿੰਘ, ਇਹਨਾਂ ਨੂੰ ਪੁਲਿਸ ਨੇ ਉਹਦੇ ਨਾਲ ਫੜਿਆ। ਉਹ ਮਰਿਆ ਤੱਕ ਦੇ ਮੁਕਤਸਰ ਵੱਲ ਹੈ ਤੇ ਫੜ ਲਿਆ ਇਹਨਾਂ ਨੂੰ ਫਰੀਦਕੋਟ ਕੋਲੋਂ ਆ ਕੇ। ਮਰਿਆ ਉੱਥੇ ਤੇ ਫੜਿਆ ਸਿੰਘਾਂ ਨੂੰ ਘਰੋਂ, ਤੇ ਇਹਨਾਂ ਨੂੰ ਇਦੋਂ ਪਹਿਲਾਂ ਫੜ ਕੇ ਬਹੁਤ ਕੁੱਟਮਾਰ ਕੀਤੀ ਗਈ ਹੈ। ਫੈਡਰੇਸ਼ਨ ਦੇ ਵਿਦਿਆਰਥੀਆਂ ਨੂੰ ਬਹੁਤ ਕੁੱਟਿਆ, ਯੂਥ ਵਿੰਗ ਬਣਿਆ ਉਹਨੂੰ ਵੀ ਬਹੁਤ ਕੁੱਟਿਆ। ਹੋਰ ਸੰਪਰਦਾਵਾਂ ਦੀਆਂ ਬੱਸਾਂ, ਆ ਮਾਤਾ ਜੀ ਬੈਠੀ ਹੈ, ਦਰਸ਼ਨ ਕਰਾ ਦਿਓ ਪਿੰਡਵਾਰ ਤੋਂ ਸਾਰੇ ਮਾਤਾ ਨੂੰ। ਆ ਮਾਤਾ ਦੇ ਦਰਸ਼ਨ ਕਰ ਲਿਓ। ਇਹ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਮਾਤਾ ਜੀ ਹੈ। ਇਹਨਾਂ ਨੂੰ ਲੈਣ ਵਾਸਤੇ ਰਹਿ ਰਹੇ ਮੁਕਤਸਰ ਦੇ ਕੋਲੇ ਝੀੜ ਵਾਲੇ। ਬਹਿ ਜਾਓ ਮਾਤਾ। ਇਹਨਾਂ ਨੂੰ ਲੈਣ ਵਾਸਤੇ ਅਸੀਂ ਜੱਥੇ ਦੀ ਬੱਸ ਭੇਜੀ ਇੱਥੋਂ, ਤੇ ਉਹ 1:15 ਤੇ ਗੱਡੀ ਚੜਿਆ ਸੰਸੀ, ਤੇ ਬੱਸ ਇੱਥੋਂ 1:30 ਵਜੇ ਤੁਰੀ ਹੈ, ਤੇ 5-6 ਵਜੇ ਬੱਸ ਉੱਥੇ ਗਈ। ਉੱਥੋਂ ਗਈ ਬੱਸ ਨੂੰ ਫੜ ਲਿਆ, ਕਹਿੰਦੇ ਜਿਹੜੇ ਸੰਸੀ ਨੂੰ ਚੜਾਉਣ ਆਏ ਸੀਗੇ ਬੱਸ ਉਹਨਾਂ ਨੂੰ ਲੈਣ ਆਈ ਹੈ। ਇਹ ਕਦੋਂ ਤੱਕ ਡਰਾਂਗੇ? ਜੇ ਬਾਬਾ ਬਿਸ਼ਨ ਸਿੰਘ ਜੀ ਕੱਲ ਆਏ, ਉਹਨਾਂ ਦੀ ਕਾਰ ਫੜ ਲਈ, ਸਾਡੀ ਬੱਸ ਫੜ ਲਈ, ਕਮੇਟੀ ਵਾਲੇ ਕਹਿੰਦੇ ਆ ਕੱਲ ਨੂੰ ਉਹਨਾਂ ਨੂੰ ਪੈਣਗੇ। ਇਹਨਾਂ ਨੂੰ ਰੋਕਣਾ ਫਿਰ ਕਿਵੇਂ ਹੈ? ਇਹ ਰੋਕਣ ਦਾ ਇੱਕੋ ਇੱਕ ਤਰੀਕਾ ਹੈ, ਪਹਿਲਾਂ ਵਾਰ ਕਰੋ ਨਾ ਤੇ ਰੋਕਣਾ, ਇਹਨੂੰ ਨਿਰਾਦਰ ਨਾ ਕਰੋ, ਪੂਰਾ ਸਤਿਕਾਰ ਦਿਓ ਜਿਵੇਂ ਸ਼ਹੀਦ ਦਿੰਦੇ ਆ। ਸੋ ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇੱਕ ਥਾਂ ਰਹਿ ਕੇ ਚੱਲਣ ਦੀ ਸਮਰੱਥਾ ਬਖਸ਼ਣ। ਬਾਕੀ ਸੰਗਤ ਨੂੰ ਇਹ ਬੇਨਤੀ ਕਰਾਂਗਾ, ਜਿਹੜੇ ਅਖਬਾਰਾਂ 'ਚ ਖਬਰਾਂ ਪੜ੍ਹ ਕੇ ਇਹ ਸ਼ੱਕ ਦਾ ਸ਼ਿਕਾਰ ਹੁੰਦੇ ਹੋ, ਇਸ ਤੋਂ ਬਚੋ। ਜੀ ਇਹ ਲੜ ਪਏ, ਜੁੰਡੋ ਜੁੰਡੀ ਹੋ ਗਏ। ਅੱਜ ਲੌਂਗੋਵਾਲ ਨੇ ਖੜਕਾਤੀ, ਕੱਲ ਨੂੰ ਭਿੰਡਰਾਂ ਵਾਲੇ ਦੀ ਤਿਆਰੀ ਹੈ। ਇਹਨਾਂ ਭੁਲੇਖਿਆਂ 'ਚ ਨਹੀਂ ਪੈਣਾਗਾ। ਗੁਰੂ ਕਿਰਪਾ ਕਰੇਗਾ, ਨਿਸ਼ਚੈ ਕਰ ਆਪਣੀ ਜੀਤ ਕਰੋ। ਅਵੱਛਮ ਜਿੱਤ ਹੋਵੇਗੀ, ਸਮੇਂ ਦਾ ਅੱਗੇ ਪਿੱਛੇ ਹੋ ਸਕਦਾ ਹੈ। ਤੇ ਜਿਹੜੇ ਘਰਾਂ ਦਾ ਨੁਕਸਾਨ ਹੋਇਆ, ਸੰਕਾਲੇ ਪੈਂਦੇ ਆ, ਉਹਨਾਂ ਨੂੰ ਬੇਨਤੀ ਕਰਾਂਗਾ, ਸਾਡਾ ਬੰਦੇ ਮਾਰਨ ਦਾ ਕੰਮ ਨਹੀਂ। ਕੋਈ ਵੀ ਗੁਰੂ ਦਾ ਸਿੱਖ ਹੈ ਕਦੇ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਤੇ ਨਾ ਸਿੱਖ ਬੰਦੇ ਮਾਰਨ ਵਿੱਚ ਵਿਸ਼ਵਾਸ ਰੱਖਦਾ। ਸਿੱਖ ਦਾ ਵਿਸ਼ਵਾਸ ਹਮੇਸ਼ਾ ਹੀ ਹੱਕ ਲੈਣ ਵਿੱਚ ਰਿਹਾ, ਹੱਕ ਲੈਣ ਵਿੱਚ ਹੈ ਤੇ ਹੱਕ ਲੈਣ ਵਿੱਚ ਰਹੇਗਾ। ਸੋ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ। ਹੁਕਮਨਾਮਾ ਜਿਹੜਾ ਅੱਜ ਦਾ ਆਇਆ ਹੈ, ਇਹਨੂੰ ਕਥਾ ਰਾਉਂਡ ਸਮਝਿਓ, ਕੇਵਲ ਪ੍ਰਚਾਰ ਹੀ ਸਮਝਣਾ ਹੈ।